दो ਜਿਹੜੇ ਸਾਡੇ ਕਾਲਜ ਸੀਗੇ ਮਹਿਲਾਵਾਂ ਦੇ ਲਈ ਅੱਜ ਵੂਮਨਸ ਡੇ ਦੇ ਮੌਕੇ ਵੱਡਾ ਐਲਾਨ ਕਿ ਸਰਕਾਰੀ ਬੱਸਾਂ ਦੇ ਵਿੱਚ ਮਹਿਲਾਵਾਂ ਤੇ ਲੜਕੀਆਂ ਦਾ ਸਫ਼ਰ ਫ੍ਰੀ ਹੈ। ਇਸ ਤੋਂ ਇਲਾਵਾ ਕਿਸਾਨੀ ਕਰਜ਼ ਦੇ ਲਈ 1712 ਕਰੋੜ ਰੁਪਏ ਰੱਖੇ ਗਏ ਨੇ। ਹੋਰ ਵੀ ਕਾਫੀ ਕੁਝ ਐਲਾਨ ਉਹਨਾਂ ਦੇ ਵੱਲੋਂ ਕੀਤੇ ਗਏ ਨੇ। ਡਿਟੇਲਸ ਦੇ ਵਿੱਚ ਤੁਹਾਨੂੰ ਸਮਝਾਵਾਂਗੇ। ਸਿੱਧਾ ਰੁਖ ਕਰਦੇ ਹਾਂ ਨਿਊਜ਼ ਰੂਮ ਤੋਂ ਗੌਰਵ ਸ਼ੁਕਲਾ ਸਾਡੇ ਸਹਿਯੋਗੀ ਜੁੜੇ ਨੇ। ਗੌਰਵ, ਓਵਰ ਟੂ ਯੂ। ਸੀ ਕਿਉਂਕਿ ਇਲੈਕਸ਼ਨ ਅਗਲੇ ਸਾਲ ਹੋਣ ਜਾ ਰਹੇ ਨੇ। ਇਲੈਕਸ਼ਨ ਤੋਂ ਪਹਿਲਾਂ ਇਹ ਆਖਰੀ ਬਜਟ ਹੋਵੇਗਾ, ਇਹ ਪਹਿਲਾਂ ਹੀ ਤੈਅ ਸੀ ਤੇ ਇਸ ਵਿਚਾਲੇ ਇਹ ਤੁਸੀਂ ਕੰਪਲੀਟਲੀ ਕਹਿ ਸਕਦੇ ਹੋ ਕਿਤੇ ਨਾ ਕਿਤੇ ਇਲੈਕਸ਼ਨਸ ਨੂੰ ਸਾਧਣ ਦੀ ਕੋਸ਼ਿਸ਼ ਜ਼ਰੂਰ ਸਾਫ਼ ਤੌਰ ਤੇ ਨਜ਼ਰ ਆਈ ਹੈ। ਜੇ ਅਸੀਂ ਗੱਲ ਕਰੀਏ ਸਰਕਾਰ ਦੀ ਕੁਝ ਪੁਆਇੰਟਸ ਜਿਸ ਦੇ ਜ਼ਰੀਏ ਤੁਹਾਨੂੰ ਸਮਝ ਆਏਗਾ ਕਿ ਕਿਹੜੇ ਖਿੱਤੇ ਦੇ ਵਿੱਚ ਕੀ ਕੁਝ ਫੋਕਸ ਕੀਤਾ ਗਿਆ। ਪੁਆਇੰਟ ਨੰਬਰ 1, ਜਿਹੜੇ ਮੁਲਾਜ਼ਮ ਨੇ, ਕਿਉਂਕਿ ਹੁਣ ਤੱਕ ਲਗਾਤਾਰ ਜ਼ਿਕਰ ਹੋ ਰਿਹਾ ਸੀ ਕਿ ਮੁਲਾਜ਼ਮ ਕਿਤਨਾ ਕਿਤੇ ਨਾਖੁਸ਼ ਕੈਪਟਨ ਸਰਕਾਰ ਤੋਂ ਨਜ਼ਰ ਆਉਂਦੇ ਨੇ। ਇਸ ਕਰਕੇ ਇਸ ਵਾਰ ਪੇ ਕਮਿਸ਼ਨ ਦਾ ਜ਼ਿਕਰ ਕਰਕੇ ਕੈਪਟਨ ਸਰਕਾਰ ਨੇ ਮੁਲਾਜ਼ਮਾਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਹੈ। ਮਤਲਬ ਸਾਫ਼ ਹੈ ਕਿ ਪੇ ਕਮਿਸ਼ਨ ਦੇ ਜ਼ਰੀਏ ਵੋਟ ਬੈਂਕ ਤੱਕ ਵੀ ਪਹੁੰਚ ਕਰਨ ਦੀ ਕੋਸ਼ਿਸ਼ ਹੈ। ਪੇ ਕਮਿਸ਼ਨ ਦਾ ਮਤਲਬ ਕੀ ਹੈ? ਪੇ ਕਮਿਸ਼ਨ ਦਾ ਮਤਲਬ ਇਹੀ ਹੈ ਤਨਖਾਹਾਂ ਦੇ ਵਿੱਚ ਵਾਧਾ 9000 ਕਰੋੜ ਰੁਪਏ ਉਸ ਦੇ ਲਈ ਰੱਖ ਦਿੱਤਾ ਗਿਆ ਹੈ। ਦੱਸ ਦਈਏ ਕਿ ਪਹਿਲੀ ਕਿਸ਼ਤ ਅਕਤੂਬਰ 'ਚ ਤੁਹਾਨੂੰ ਮਿਲ ਜਾਏਗੀ ਤੇ ਦੂਜੀ ਕਿਸ਼ਤ ਮਿਲ ਜਾਏਗੀ ਜਨਵਰੀ ਦੇ ਵਿੱਚ। ਖਾਸ ਇੱਕ ਹੋਰ ਵੀ ਚੀਜ਼ ਹੈ, ਖਾਸ ਇਹ ਮੈਂ ਪੇ ਕਮਿਸ਼ਨ ਦਾ ਜ਼ਿਕਰ ਕਰ ਰਿਹਾ, ਉਸ ਤੋਂ ਬਾਅਦ ਮੈਂ ਬਾਕੀ ਜਿਹੜੇ ਡਿਪਾਰਟਮੈਂਟਸ ਨੂੰ ਐਲੋਕੇਸ਼ਨ ਕੀਤੀ ਗਈ ਹੈ ਪੈਸਿਆਂ ਦੀ, ਉਸ ਦਾ ਜ਼ਿਕਰ ਕਰਾਂਗਾ। ਮਨਪ੍ਰੀਤ ਬਾਦਲ ਇਹ ਕਹਿੰਦੇ ਨਜ਼ਰ ਆਏ ਕਿ ਅਗਲੇ 2 ਸਾਲ ਦੇ ਵਿੱਚ ਪੇ ਕਮਿਸ਼ਨ ਜਿਹੜਾ ਅੱਗੇ ਪਿੱਛੇ ਹੋ ਰੱਖਿਆ ਪੰਜਾਬ ਦਾ, ਕਿਉਂਕਿ EMPLOYEES ਲਗਾਤਾਰ ਕਹਿੰਦੇ ਨੇ ਕਿ ਸਾਨੂੰ ਤਾਂ ਯਾਦ ਹੀ ਨਹੀਂ ਹੁਣ ਸਾਡੀਆਂ ਕਿਸ਼ਤਾਂ ਕਿੰਨੀਆਂ ਪੇ ਕਮਿਸ਼ਨ ਵਾਲੀਆਂ ਬਾਕੀ ਨੇ, ਤਾਂ ਉਹ ਕਹਿ ਰਹੇ ਨੇ ਕਿ ਅਗਲੇ 2 ਸਾਲ ਦੇ ਵਿੱਚ ਸਭ ਕੁਝ ਕਲੀਅਰ ਹੋ ਜਾਏਗਾ। ਅਗਲੇ 2 ਸਾਲ ਦਾ ਉਹਨਾਂ ਨੇ ਜ਼ਿਕਰ ਕਰ ਦਿੱਤਾ। ਧਿਆਨ ਰੱਖੋ ਕਿ 2 ਸਾਲ ਦਾ ਜ਼ਿਕਰ ਕਰਤਾ ਹੈ ਤੇ ਇਸ ਵਿਚਾਲੇ ਇਲੈਕਸ਼ਨਸ ਆਉਣੇ ਨੇ, ਤਾਂ ਇਹ ਵੀ ਕਹਿਣ ਦੀ ਕੋਸ਼ਿਸ਼ ਹੈ ਕਿ ਜੇ ਕੈਪਟਨ ਸਰਕਾਰ ਰਹਿੰਦੀ ਹੈ ਜਾਂ ਫਿਰ ਜੇ ਕਾਂਗਰਸ ਦੀ ਸਰਕਾਰ ਰਹਿੰਦੀ ਹੈ ਤਾਂ ਅਗਲੇ 2 ਸਾਲ ਦੇ ਵਿੱਚ ਪੇ ਕਮਿਸ਼ਨ ਵਾਲਾ ਜਿਹੜਾ ਰੌਲਾ ਉਹ ਮੁੱਕਣ ਦੀ ਉਮੀਦ ਹੈ। ਹੁਣ ਤੁਹਾਨੂੰ ਦੱਸ ਦਈਏ ਕਿ ਪੇ ਕਮਿਸ਼ਨ ਦੇ ਵਿੱਚ ਜਿਹੜੇ ਏਰੀਆਜ਼ ਨੇ ਉਹ ਕਿਸ਼ਤਾਂ ਦੇ ਜ਼ਰੀਏ ਮਿਲਣਗੇ। ਪਹਿਲੀ ਕਿਸ਼ਤ ਤੁਹਾਡੇ ਕੋਲ ਪਹੁੰਚ ਜਾਏਗੀ ਅਕਤੂਬਰ ਦੇ ਵਿੱਚ ਤੇ ਦੂਜੀ ਕਿਸ਼ਤ ਤੁਹਾਡੇ ਕੋਲ ਪਹੁੰਚੇਗੀ ਜਨਵਰੀ ਦੇ ਵਿੱਚ, ਯਾਨੀ ਕਿ ਇਲੈਕਸ਼ਨ ਤੋਂ ਠੀਕ ਪਹਿਲਾਂ। ਹੁਣ ਅਗਲੀ ਗੱਲ, ਜਿਹੜਾ ਸਭ ਤੋਂ ਪਹਿਲਾ ਐਲਾਨ ਖਾਸ ਇਸ ਬਜਟ ਦੇ ਵਿੱਚ ਇਹ ਵੀ ਸੀ, ਇਲੈਕਸ਼ਨ ਈਅਰ ਦਾ ਬਜਟ ਅਸੀਂ ਕਹਿ ਰਹੇ ਹਾਂ ਤੇ ਬਜਟ ਦੀ ਸ਼ੁਰੂਆਤ ਦੇ ਵਿੱਚ ਹੀ ਜਿਹੜੇ ਅਹਿਮ ਐਲਾਨ ਸੀ ਜਾਂ ਕਹੀਏ ਕਿ ਜਿਹੜੇ ਸਿੱਧੇ ਲੋਕਾਂ ਤੱਕ ਪਹੁੰਚ ਕਰਨ ਵਾਲੇ ਐਲਾਨ ਸੀ ਉਹ ਸਿੱਧੇ ਮਨਪ੍ਰੀਤ ਬਾਦਲ ਹੋਰਾਂ ਦੇ ਵੱਲੋਂ ਕਰ ਦਿੱਤੇ ਗਏ। ਪਹਿਲਾ ਐਲਾਨ ਬੁਢਾਪਾ ਪੈਨਸ਼ਨ 750 ਤੋਂ ਸਿੱਧਾ 1500 ਰੁਪਏ 1 ਜੁਲਾਈ ਤੋਂ ਸ਼ੁਰੂ ਹੋ ਜਾਏਗੀ। ਵੱਡਾ ਇੱਕ ਐਲਾਨ ਹੈ, ਵੱਡਾ ਵੋਟ ਬੈਂਕ ਹੈ ਬਜ਼ੁਰਗਾਂ ਦਾ ਵੀ ਸਾਡੇ ਸੂਬੇ ਦੇ ਵਿੱਚ, ਤਾਂ ਉਹਨਾਂ ਨੂੰ ਵੀ ਸਾਧਣ ਦੀ ਕੋਸ਼ਿਸ਼ ਹੈ। ਪਰ ਇੱਕ ਵੱਡੀ ਰਾਹਤ ਲੋਕਾਂ ਦੇ ਲਈ ਜ਼ਰੂਰ ਹੈ ਬੁਢਾਪਾ ਪੈਨਸ਼ਨ ਦੇ ਜ਼ਰੀਏ। ਜਿਨ੍ਹਾਂ ਨੂੰ ਬੁਢਾਪਾ ਪੈਨਸ਼ਨ ਮਿਲਦੀ ਹੈ 750 ਤੋਂ ਜੇਕਰ ਡਬਲ ਹੁੰਦੀ ਹੈ ਯਾਨੀ ਕਿ 1500 ਰੁਪਏ ਹੋ ਜਾਂਦੀ ਹੈ। ਉਸ ਤੋਂ ਬਾਅਦ ਪੇ ਕਮਿਸ਼ਨ ਦਾ ਮੈਂ ਜ਼ਿਕਰ ਕਰ ਦਿੱਤਾ। ਇੱਕ ਹੋਰ ਬਹੁਤ ਅਹਿਮ ਮੁੱਦਾ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਸੁਰਖੀਆਂ ਦੇ ਵਿੱਚ SC ST ਕਮਿਸ਼ਨ ਦਾ ਮੁੱਦਾ ਹੈ, SC ST ਸਕਾਲਰਸ਼ਿਪ ਦਾ ਮੁੱਦਾ ਹੈ। ਉਹ ਵੀ ਸਾਫ਼ ਕਰ ਦਿੱਤਾ ਗਿਆ ਕਿ ਜਲਦ ਉਹ ਬਿਲਕੁਲ ਕਲੀਅਰ ਕਰ ਦਿੱਤੀ ਜਾਏਗੀ, ਯਾਨੀ ਕਿ ਜਿਹੜੇ ਸਟੂਡੈਂਟਸ ਇੰਤਜ਼ਾਰ ਕਰ ਰਹੇ ਨੇ ਪੋਸਟ ਮੈਟ੍ਰਿਕ ਜਾਂ ਪ੍ਰੀ ਮੈਟ੍ਰਿਕ ਦੀ ਸਕਾਲਰਸ਼ਿਪ ਰੁਕੀ ਹੋਈ ਹੈ ਉਹ ਵੀ ਜੁਲਾਈ ਤੱਕ ਬਿਲਕੁਲ ਕਲੀਅਰ ਕਰ ਦਿੱਤੀ ਜਾਏਗੀ। ਇਹ ਵੀ ਸਰਕਾਰ ਦੇ ਵੱਲੋਂ ਕਹਿ ਦਿੱਤਾ ਗਿਆ ਹੈ। ਐਸੀ ਸਕਾਲਰਸ਼ਿਪ ਦੇ ਮੁੱਦੇ ਉੱਤੇ ਸਰਕਾਰ ਨੂੰ ਵਿਰੋਧੀ ਲਗਾਤਾਰ ਘੇਰਦੇ ਨਜ਼ਰ ਆਏ ਨੇ ਤੇ ਉਹ ਤਕਰੀਬਨ ਕਲੀਅਰ ਹੈ ਕਿ ਜੁਲਾਈ ਤੱਕ ਐਸੀ ਸਕਾਲਰਸ਼ਿਪ ਦਾ ਮੁੱਦਾ ਵੀ ਸਰਕਾਰ ਹੱਲ ਕਰਨ ਦੀ ਕੋਸ਼ਿਸ਼ ਕਰੇਗੀ। ਉਸ ਤੋਂ ਬਾਅਦ ਗੱਲ ਹੁਣ ਕਿਸਾਨਾਂ ਦੀ ਵੀ। ਕਿਸਾਨਾਂ ਦੇ ਲਈ ਬਹੁਤ ਸਾਰੇ ਐਲਾਨ ਨੇ। ਸਿੰਜਾਈ ਦੇ ਲਈ ਅਲੱਗ ਐਲਾਨ ਹੈ ਤੇ ਇਸ ਵਿਚਾਲੇ ਕਰਜ਼ ਮਾਫੀ ਦੇ ਲਈ ਕਰੀਬ 1200 ਕਰੋੜ ਰੁਪਏ ਰੱਖ ਦਿੱਤਾ ਗਿਆ। 523 ਕਰੋੜ ਰੁਪਏ ਰੱਖ ਦਿੱਤੇ ਗਏ ਜਿਹੜੇ ਖੇਤ ਮਜ਼ਦੂਰ ਉਹਨਾਂ ਦਾ ਜਿਹੜਾ ਲੋਨ ਹੈਗਾ ਉਸ ਨੂੰ ਵੇਵ ਆਫ ਕਰਨ ਦੇ ਲਈ। ਤਾਂ ਇਹ ਵੱਡੇ ਐਲਾਨ ਖੇਤੀ ਦੇ ਲਈ ਹੈਗੇ ਨੇ। ਪਰ ਸਰਕਾਰ ਅੱਗੇ ਦੀ ਸੋਚ ਰਹੀ ਹੈ। ਹਾਰਟੀਕਲਚਰ ਯੂਨੀਵਰਸਿਟੀਜ਼ ਜਾਂ ਇੰਸਟੀਚਿਊਟਸ ਉਹਨਾਂ ਦੇ ਉੱਤੇ ਫੋਕਸ ਕਰਨ ਦੀ ਕੋਸ਼ਿਸ਼ ਹੈ ਤੇ ਇੱਕ ਨਵੀਂ ਸਕੀਮ ਵੀ ਲੈ ਕੇ ਆ ਰਹੇ ਨੇ ਕਿ ਕਿਸਾਨ ਕਾਮਯਾਬ ਤਾਂ ਖੁਸ਼ਹਾਲ ਪੰਜਾਬ, ਇਸ ਦਾ ਜ਼ਿਕਰ ਕੀਤਾ ਗਿਆ। ਉਸ ਜ਼ਿਕਰ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਇੱਕ ਨਵੀਂ ਸਕੀਮ ਹੈ ਕਰੀਬ 4000 ਕਰੋੜ ਦੀ। ਪਹਿਲੇ ਸਾਲ ਉਸ ਦੇ ਲਈ ਅਸੀਂ 1100 ਕਰੋੜ ਦੇ ਕਰੀਬ ਰੱਖ ਰਹੇ ਹਾਂ। ਫੋਕਸ ਉਸ ਦੇ ਵਿੱਚ ਸਬਜ਼ੀਆਂ ਫਰੂਟ ਹੋਏਗਾ। ਅਸੀਂ MSP ਦਾ ਇੰਤਜ਼ਾਰ ਕਰ ਰਹੇ ਸੀ ਕਿ ਸ਼ਾਇਦ ਫਰੂਟ ਤੇ ਸਬਜ਼ੀਆਂ ਦੇ ਲਈ ਕੋਈ MSP ਦਾ ਤੈਅ ਕਰ ਦਿੱਤਾ ਜਾਵੇ, ਪਰ ਹਾਲਾਂਕਿ ਸਰਕਾਰ ਨੇ ਉਹ ਤਾਂ ਐਲਾਨ ਕੋਈ ਨਹੀਂ ਕੀਤਾ। ਪਰ ਇੱਕ ਸੰਕੇਤ ਜ਼ਰੂਰ ਦਿੱਤੇ ਨੇ ਕਿ ਸਰਕਾਰ ਦਾ ਫੋਕਸ ਆਉਣ ਵਾਲੇ ਸਮੇਂ ਦੇ ਵਿੱਚ ਡਾਈਵਰਸਿਫਿਕੇਸ਼ਨ ਦੇ ਵੱਲ ਜ਼ਰੂਰ ਆ ਕਿ ਕਣਕ ਝੋਨੇ ਦੇ ਗੇੜ ਦੇ ਵਿੱਚੋਂ ਕੱਢਿਆ ਜਾ ਸਕੇ ਪੰਜਾਬ ਦੇ ਕਿਸਾਨ ਨੂੰ ਤੇ ਦੂਜੇ ਪਾਸੇ ਸਬਜ਼ੀਆਂ ਵਾਲੇ ਪਾਸੇ ਜਾਈਏ। ਡਾਈਵਰਸਿਫਿਕੇਸ਼ਨ ਦਾ ਜੋ ਦਿੱਤਾ ਗਿਆ ਉਸ ਦੇ ਵਿੱਚ ਇੱਕ ਵੱਡਾ ਸੰਕੇਤ ਦੁੱਧ ਦਾ ਉਤਪਾਦਨ ਵੀ ਸੀ ਕਿ ਦੁੱਧ ਦੀ ਪੈਦਾਵਾਰ ਨੂੰ ਲੈ ਕੇ ਵੀ ਮਨਪ੍ਰੀਤ ਬਾਦਲ ਖਾਸ ਫੋਕਸ ਕਰਦੇ ਨਜ਼ਰ ਆਏ ਨੇ।
उन्होंने कहा कि दुध की पैदावार 1 एकड़ बहुत अहम है कि 1 एकड़ किसान का 2 एकड़ वाले किसान का जिक्र होंदा है, पर मनप्रीत बादल अज जिक्र किवें करते हैं? वो कहते हैं कि 1 एकड़ जिस दे कोल जमीन है वो खेती करे, कणक लगावे, झोना लगावे, उसदे नालों वध वो इनकम दुध की पैदावार नाल कर सकता है। यानी कि 1 एकड़ दे उत्ते जेकर किसी किसान ने दुध का डेयरी लगा दी या कोई इस तरीके ना फार्म हाउस बना दिता तो वो वध इनकम करेगा, उसदे नाल रोजगार भी वध जनरेट होएगा। पर सवाल जरूर है कि 1 एकड़ वाले कोल कितना पैसा होएगा कि वो एक पूरा दुध का डेयरी बना दे, कोई फार्म बना दे, क्योंकि एक मझ खरीदण दे लई भी हज़ारां लगदे ने, 50,000 70,000 इस तरीके नाल खरीदने पैंदे ने, गाइयां खरीदण दे लई पैसे खर्चने पैंदे ने, तो एक लाजमी तौर पे अहम होएगा। एक होर पॉइंट, क्योंकि अकाली भाजपा सरकार दे समय सड़कों का बहुत जिक्र हुंदा सी, ये कहा गया कि अकाली भाजपा दे सरकार दे समय सड़कों ते बहुत ज्यादा पैसा खर्च किया गया, इस करके इस बार रोड सेफ्टी, रोड ते ब्रिजेस ਜਿਹੜੀਆਂ रोड ਤੇ ब्रिजेस ने उन्हां दे लई करीब 2500 करोड़ रुपया रख दिता गया, 2449 करोड़ रुपया। ਤੇ ਇਹ ਵੀ ਮਨਪ੍ਰੀਤ ਬਾਦਲ ਆਪਣੇ ਸੰਬੋਧਨ ਦੇ ਦੌਰਾਨ ਕਹਿੰਦੇ ਨਜ਼ਰ ਆਏ ਕਿ ਅਗਲੇ 6-7 ਮਹੀਨੇ ਦੇ ਵਿੱਚ ਸਾਨੂੰ ਉਮੀਦ ਹੈ ਕਿ ਅਸੀਂ ਇਹ ਪੈਸਾ ਖਰਚ ਕਰਕੇ ਸੂਬੇ ਦੇ ਵਿੱਚ ਜਿੱਥੇ ਬ੍ਰਿजेस ਬਣਨ ਵਾਲੇ ਨੇ, ਜਿੱਥੇ ਪੁਲ ਬਣਨ ਵਾਲੇ ਨੇ, ਜਿੱਥੇ ਸੜਕਾਂ ਸੈੱਟ ਹੋਣ ਵਾਲੀਆਂ ਨੇ, ਜਿੱਥੇ ਲਿੰਕ ਰੋਡ ਸੈੱਟ ਹੋਣ ਵਾਲੀਆਂ ਨੇ, ਉਹਨਾਂ ਨੂੰ ਸਾਰਿਆਂ ਨੂੰ ਅਸੀਂ ਸੈੱਟ ਕਰ ਦਵਾਂਗੇ। ਇਹ ਵੀ ਮਨਪ੍ਰੀਤ ਬਾਦਲ ਦੇ ਵੱਲੋਂ ਕਿਹਾ ਗਿਆ, ਯਾਨੀ ਕਿ ਅਗਲੇ 6-7 ਮਹੀਨੇ ਦੇ ਵਿੱਚ ਇਲੈਕਸ਼ਨ ਤੋਂ ਪਹਿਲਾਂ ਬਹੁਤ ਕੁਝ ਬਦਲਦਾ ਤੁਹਾਨੂੰ ਪੰਜਾਬ ਦੇ ਵਿੱਚ ਨਜ਼ਰ ਆਏਗਾ। ਤੇ ਗੱਲ ਜੋ ਅਸੀਂ ਲਗਾਤਾਰ ਕਰ ਰਹੇ ਹਾਂ ਕਿ ਸਟਾਰਟਿੰਗ ਅੱਜ ਦੇ ਬਜਟ ਦੀ ਅਜਿਹੀ ਸੀ जिसने साफ संकेत दिते कि हाँ इलेक्शन बजट है, क्योंकि महिलावां दे लई बड़ा ऐलान सी शुरुआत दे विच ही, तुसीं कह सकदे हो एक तरीके नाल शुरुआत ही उत्थों कीती जांदी है। महिलावां दे लई विमेंस डे दे मौके उत्ते ऐलान किया गया कि पंजाब दीयां सरकारी बसां दे विच महिलावां दे लई हुण सफर मुफ्त होवेगा। महिलावां जेकर मोहाली तो चलियां ने अंमृतसर किसी महिला ने जाना है सरकारी बस दे विच तां फिर टिकट लैण दी लोड़ नहीं, ਤੁਹਾਨੂੰ ਕਿਰਾਇਆ ਦੇਣ ਦੀ ਜ਼ਰੂਰਤ ਨਹੀਂ। ਤਾਂ ਰੋਡਵੇਜ਼ ਦੀਆਂ ਬੱਸਾਂ ਦੇ ਵਿੱਚ, ਪੰਜਾਬ ਦੀਆਂ ਸਰਕਾਰੀ ਬੱਸਾਂ ਦੇ ਵਿੱਚ ਮਹਿਲਾਵਾਂ ਦੇ ਲਈ ਵੱਡੀ ਸੌਗਾਤ ਦਾ ਐਲਾਨ ਕੀਤਾ ਗਿਆ ਹੈ, ਜਿਹੜਾ ਫੇਅਰ ਤੁਹਾਨੂੰ ਨਹੀਂ ਦੇਣਾ ਹੋਏਗਾ, ਤੁਹਾਨੂੰ ਕਿਰਾਇਆ ਨਹੀਂ ਦੇਣਾ ਹੋਏਗਾ। ਤਾਂ ਇਹ ਅਹਿਮ ਪੁਆਇੰਟਸ ਨੇ। ਇਸ ਤਰੀਕੇ ਨਾਲ ਸਾਡੇ ਸਹਿਯੋਗੀ ਸਾਡੇ ਨਾਲ ਜੁੜਨਗੇ, ਉਹਨਾਂ ਤੋਂ ਨਾਲ ਵੀ ਗੱਲਬਾਤ ਅਸੀਂ ਕਰਦੇ ਰਹਾਂਗੇ, ਸਮਝਾਉਂਦੇ ਰਹਾਂਗੇ ਆਪਣੇ ਦਰਸ਼ਕਾਂ ਨੂੰ ਕਿ ਆਖਿਰ ਕਿਸ ਤਰੀਕੇ ਨਾਲ ਅੱਜ ਦਾ ਬਜਟ ਤੁਹਾਡੇ ਲਈ ਕੀ ਖਾਸ ਹੈ। ਮੈਂ ਇੱਕ ਹੋਰ ਪੁਆਇੰਟ ਕਰਾਂ, ਉਸ ਤੋਂ ਬਾਅਦ ਮੈਂ ਛੋਟੇ ਜਿਹੇ ਬ੍ਰੇਕ ਲਈ ਰੁਕਾਂਗਾ। ਪੂਰੇ ਫੋਕਸ ਜੇ ਤੁਸੀਂ ਕਹੋ ਅਲੱਗ-ਅਲੱਗ ਸੈਕਟਰਸ ਦੇ ਨਾਲ ਜਿਹੜੀ ਹਾਇਰ ਐਜੂਕੇਸ਼ਨ ਹੈ नजर आया, कोविड या फिर ਜਿਹੜੀਆਂ ਹੋਰ ਮੈਡੀਕਲ ਕਾਲਜਸ ਨੇ ਉਹ ਇੱਕ ਤਰੀਕੇ ਨਾਲ ਹਸਪੀਟਲਸ ਦਾ ਕੰਮ ਕਰਦੇ ਨੇ, ਉਹਨਾਂ ਦੇ ਉੱਤੇ ਖਾਸ ਫੋਕਸ ਰਿਹਾ ਹੈ। ਤਾਂ ਕੋਵਿਡ ਤੋਂ ਬਾਅਦ ਸਰਕਾਰਾਂ ਇਹ ਤਾਂ ਜ਼ਰੂਰ ਸਮਝ ਰਹੀਆਂ ਨੇ ਕਿ ਸਾਨੂੰ ਆਪਣਾ ਹੈਲਥ ਸਿਸਟਮ ਬਹੁਤ ਵਧੀਆ ਰੱਖਣਾ ਹੋਏਗਾ, ਜੋ ਸਭ ਤੋਂ ਇਸ ਸਮੇਂ ਅਹਿਮ ਜ਼ਰੂਰ ਹੈ। ਤੇ ਇਸ ਵਿਚਾਲੇ ਇੱਕ ਵੱਡੀ ਖਬਰ ਜੋ ਅਸੀਂ ਲਗਾਤਾਰ ਆਪਣੇ ਦਰਸ਼ਕਾਂ ਨੂੰ ਦੇ ਰਹੇ ਹਾਂ ਉਹ ਵੀ ਦੱਸ ਦਈਏ ਕਿ ਸਸਪੈਂਸ਼ਨ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਦਾ ਰੱਦ ਕਰ ਦਿੱਤਾ ਗਿਆ, ਜੋ ਕਿ ਉਹਨਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਸੀ। ਜਦੋਂ ਮੁੱਖ ਮੰਤਰੀ ਭਾਸ਼ਣ ਦੇ ਰਹੇ ਸਨ ਉਸ ਸਮੇਂ ਜਦੋਂ ਰੌਲਾ ਪਿਆ ਜਾਂ ਉਹਨਾਂ ਦੇ ਵੱਲੋਂ ਨਾਅਰੇਬਾਜ਼ੀ ਕੀਤੀ ਗਈ ਤੇ ਉਸ ਤੋਂ ਬਾਅਦ ਅਕਾਲੀ ਵਿਧਾਇਕਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ ਤਕਰੀਬਨ ਸਾਰਿਆਂ ਨੂੰ। ਪਰ ਖੈਰ ਉਹਨਾਂ ਦੀ ਸਸਪੈਂਸ਼ਨ ਨੂੰ ਬਹਾਲ ਕਰ ਦਿੱਤਾ ਗਿਆ, ਸਸਪੈਂਸ਼ਨ ਉਹਨਾਂ ਦੀ ਹੁਣ ਬਹਾਲ ਹੋ ਜਾਏਗੀ। ਪਰ ਅਸੀਂ ਬਜਟ ਦਾ ਜ਼ਿਕਰ ਕਰ ਰਹੇ ਹਾਂ, ਬਜਟ ਦੇ ਵਿੱਚ ਬਹੁਤ ਕਲੀਅਰ ਹੈ ਕਿ ਵੱਖ-ਵੱਖ ਥਾਵਾਂ ਦੇ ਉੱਤੇ ਵੱਖ-ਵੱਖ ਚੀਜ਼ਾਂ ਦੇ ਉੱਤੇ ਫੋਕਸ ਕੀਤਾ ਗਿਆ ਹੈ ਤੇ ਇਸ ਫੋਕਸ ਦੇ ਵਿਚਾਲੇ ਜਿਹੜੀ ਨਜ਼ਰ ਹੈ ਉਹ ਖੇਤੀ ਦੇ ਉੱਤੇ ਸੀ, ਖੇਤੀ ਦੇ ਨਾਲ ਐਜੂਕੇਸ਼ਨ ਸੈਕਟਰ ਦੇ ਉੱਤੇ ਸੀ, ਐਜੂਕੇਸ਼ਨ ਸੈਕਟਰ ਦੇ ਉੱਤੇ ਵੀ ਖਾਸ ਫੋਕਸ ਹੈ। ਇਹ ਸਾਰੇ ਅਹਿਮ ਪੁਆਇੰਟਸ ਨੇ। ਤਾਂ ਇੱਕ ਇੱਕ ਕਰਕੇ ਹਰ ਇੱਕ ਪੁਆਇੰਟ ਤੇ ਤੁਹਾਡਾ ਚਾਨਣ ਪਾਉਣ ਦੀ ਕੋਸ਼ਿਸ਼ ਕਰਾਂਗੇ, ਤੁਹਾਨੂੰ ਦੱਸਾਂਗੇ ਕਿ ਬਜਟ ਦੇ ਵਿੱਚ ਕੀ ਕੁਝ ਖਾਸ ਹੈ। ਮੈਂ ਪਹਿਲਾਂ ਜਿਹੜਾ ਜ਼ਿਕਰ ਕੀਤਾ ਸੀ ਪੇ ਕਮਿਸ਼ਨ ਦਾ, ਮੈਂ ਉਸ ਤੋਂ ਵਾਪਸ ਆਵਾਂ। ਪੇ ਕਮਿਸ਼ਨ ਦੇ ਵਿੱਚ 9000 ਕਰੋੜ ਦਾ ਪੂਰਾ ਬਜਟ ਰੱਖ ਕੇ ਸਰਕਾਰ ਨੇ ਮੁਲਾਜ਼ਮਾਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਵੀ ਤੁਹਾਨੂੰ ਦੱਸ ਦਈਏ ਕਿ ਸਰਕਾਰ ਨੇ ਇਹ ਵੀ ਐਲਾਨ ਕੀਤਾ ਹੈ ਕਿ ਜਿਹੜੀ ਬਿਜਲੀ ਮਾਫੀ ਦੇ ਵਿੱਚ ਸਬਸਿਡੀ ਬਹੁਤ ਵੱਡੇ ਪੱਧਰ ਉੱਤੇ ਜਾਂਦੀ ਹੈ, ਕਿਉਂਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਬਿਜਲੀ ਮਾਫੀ ਦਾ ਮੁੱਦਾ ਬਹੁਤ ਗੂੰਜ ਰਿਹਾ ਹੈ ਤੇ ਇਸ ਵਿਚਾਲੇ ਜਾਂ ਸਸਤੀ ਬਿਜਲੀ ਦਾ ਮੁੱਦਾ ਬਹੁਤ ਗੂੰਜ ਰਿਹਾ ਹੈ। ਇਹ ਵੀ ਦੱਸਣ ਦੀ ਕੋਸ਼ਿਸ਼ ਕੀਤੀ ਮਨਪ੍ਰੀਤ ਬਾਦਲ ਨੇ ਕਿ ਪੰਜਾਬ ਦੇ ਵਿੱਚ ਇੰਨੀ ਮਹਿੰਗੀ ਬਿਜਲੀ ਹੈ ਨਹੀਂ ਜਿੰਨਾ ਰੌਲਾ ਪਾਇਆ ਜਾਂਦਾ ਹੈ। ਖੈਰ ਦਿੱਲੀ ਦਾ ਜ਼ਿਕਰ ਤਾਂ ਉਹਨਾਂ ਨੇ ਨਹੀਂ ਕੀਤਾ, ਪਰ ਆਪਣੇ ਜ਼ਿਕਰ ਦੇ ਦੌਰਾਨ ਉਹਨਾਂ ਨੇ ਇਹ ਜ਼ਰੂਰ ਕਿਹਾ ਕਿ ਪੰਜਾਬ ਇੱਕ ਅਜਿਹਾ ਸੂਬਾ ਹੈ ਜਿੱਥੇ ਬਹੁਤ ਵੱਡੇ ਪੱਧਰ ਦੇ ਉੱਤੇ ਬਿਜਲੀ ਦੇ ਵਿੱਚ ਸਬਸਿਡੀ ਦਿੱਤੀ ਜਾਂਦੀ ਹੈ। ਅਸੀਂ ਹੋਰ ਪੁਆਇੰਟਸ ਦੇ ਉੱਤੇ ਗੱਲਬਾਤ ਕਰਦੇ ਰਹਾਂਗੇ। ਮਨਪ੍ਰੀਤ ਬਾਦਲ ਕੀ ਬੋਲ ਰਹੇ ਨੇ ਉਹ ਸੁਣਦੇ ਤਾਂ ਬੈਟਰ ਇਹ ਹੋਏਗਾ ਕਿ ਮੈਂ ਉਹੀ ਚੀਜ਼ਾਂ ਫਿਰ ਤੋਂ ਰਿਪੀਟ ਕਰਾਂ। ਬਿਹਤਰ ਹੋਏਗਾ ਕਿ ਜਿਹੜੇ ਕੋਈ ਸਵਾਲ ਹੈਗੇ ਤੁਸੀਂ ਸਵਾਲ ਜਿਹੜੇ ਹੈ ਉਹ ਮੈਨੂੰ ਕਰ ਲਓ ਤੇ ਜਿੰਨੇ ਕਿ ਮੈਨੂੰ ਪਤਾ ਹੈ ਮੈਂ ਇਮਾਨਦਾਰੀ ਨਾਲ ਉਹਦਾ ਜਵਾਬ ਦੇ ਦਾਂਗਾ। ਔਰ ਬਾਕੀ ਜਿੰਨੇ ਵੀ ਇਲੈਕਟ੍ਰੋਨਿਕ ਮੀਡੀਆ ਹੈ ਇਸ ਤੋਂ ਬਾਅਦ ਤੁਸੀਂ ਮੇਰੇ ਘਰੇ ਆ ਜਾਓ ਇੰਡੀਵਿਜੂਅਲੀ। ਇਸ ਤੋਂ ਬਾਅਦ ਮੈਨੂੰ ਹੋਰ ਕੋਈ ਕੰਮ ਹੈ ਨਹੀਂ, ਤਾਂ ਮੈਂ 5-6 ਵਜੇ ਤੱਕ ਵੀ ਤੁਹਾਡੇ ਨਾਲ ਬੈਠ ਸਕਦਾ।
सो देयर इज नो रश। जो भी मतलब अज सारा दिन मैं प्रेस वास्ते ही। थैंक यू। Economy is on reviving mode now. So how you can ensure such high projection in revenue? सब जो GST की प्रोजेक्शंस हैं वो तो 4 आने ना घट सकदियां ना वध सकदियां, क्योंकि गवर्नमेंट ऑफ इंडिया ने जे साडी घट गई तो सानू कंपनसेशन मिल जानी है। वैट दे विच पिछले क्वार्टर च भी इजाफा आया, उस तो पिछले क्वार्टर च भी इजाफा आया। सो वैट वध रहा है एंड तुसी देखिया होना कि GSTP पिछले 3 सालां च कोविड साल छड्ड के 10.43% वधी है। एक गवर्नमेंट ऑफ इंडिया का इकोनॉमिक सर्वे है। स्टैंप ड्यूटी वधी है, एक्साइज ड्यूटी वधी है, अपना मतलब तकरीबन टोटल जिन्हों TRR कहते हैं वो 4 सालों च मतलब डबल तो हो ही गई है। और जिहड़ा साडा फैसला सी 60 तो 58 रिटायरमेंट का, सानू ओहदा भी बेनिफिट मिले जी। Manpreet ji, What sector? एक तो अर्बन जिहड़ी प्लैनिंग है ਉਹਦੇ वास्ते काफ़ी वड्डी रकम रखी है। एक जिहड़ा वाटर रिसोर्सिस है जिहड़ा ਉਹਦੇ वास्ते बहुत ज़्यादा रकम रखी है। एग्रीकल्चर वास्ते बड़ी वड्डी रकम रखी है। और जिहड़ा अज तुसीं लेख लिखिया सोशल सैक्टर्स ਉਹਦੇ वास्ते बड़ी वड्डी रकम रखी है। प्लस जिहड़ियां ਜਿਹੜੇ ज़्यादा फॉर्चुनेट नहीं गए, चाहे वो SC है ST है, द लोएस्ट रंग, क्योंकि मेरा अपना मनना है कि ਜਿਹੜਾ स्टेट का रेवन्यू ਹੁੰਦਾ जे सब तो ਵੱਡਾ ਕਿਸੇ ਕੋਲੇ उस रेवन्यू ਤੇ ਜੇ ਕਿਸੇ ਦਾ ਅਖਤਿਆਰ है वो हैगा ਜਿਹੜਾ सब तो गरीब है। यू नो ही हैज़ द फर्स्ट ਲੀਅਨ ऑन स्टेट्स एक्सपेंसिस। सो इस ਨੂੰ मद्देनज़र रखते हुए ये बजट बनया सी। Manpreet ji, health and education ਦੋਨਾਂ ਦੇ ਵਿੱਚ ਇਸ ਵਾਰ ਇੱਕ ਟੌਪਿਕ ਹੈ। ਹੈਲਥ ਦੇ ਵਿੱਚ ਵੀ ਬਜਟ नहीं no 4500 नहीं तुसी इस बार एक मिनट बजट एट ग्लांस पढ़ लो ना, कटौती नहीं है जी। कटौती नहीं है। एजुकेशन जो 12% एजुकेशन ਦੇ ਵਿੱਚ 12% इजाफा होया। 13000 ਕਰੋੜ ਠੀਕ ਹੈ ਤਾਂ 11000 ਕਰੋੜ नो नहीं, 12% इजाफा है। ਇਸ ਤੋਂ ਇਲਾਵਾ ਪ੍ਰਸ਼ਾਂਤ ਕਿਸ਼ੋਰ ਦਾ ਕੀ ਰੋਲ ਸੀਗਾ ਇਸ ਪਰ ਕੋਈ ਰੋਲ ਸੀਗਾ ਜਾਂ ਕੀ ਸੀਗਾ ਛੱਡੋ ਯਾਰ ਕਿਹੜੇ ਕੰਮਾਂ 'ਚ ਇਸ ਬਜਟ ਦੇ ਵਿੱਚ ਕੋਈ ਸਲਾਹ ਮਸ਼ਵਰਾ ਕੀਤਾ ਗਿਆ ਹੋਵੇ ਕਿਸੇ ਤਰ੍ਹਾਂ ਦਾ ਕੋਈ ਗੱਲਬਾਤ ਉਹਨਾਂ ਦਾ? प्रशांत किशोर दी तो मैं शक्ल भी नहीं देखी। और ये जेड़ा देखो गल ये है कि ये जेड़ा बजट बनाना है, क्योंकि एक तकरीबन नवंबर तो शुरू हो जाता है बजट बनाने का जेड़ा जेड़ी जेड़ा प्रतिक्रिया कहते। और ये बायलैटरल मीटिंग्स होंदियां फाइनेंस डिपार्टमेंट ते जेड़े बाकी महकमे वो अपनियां जेड़ियां ख्वाहिशात है वो सानू दस देंगे हैं। दैन ऑफ कोर्स देयर आर कंपीटिंग इंटरस्ट ऑफ द डिपार्टमेंट। कोई कह रहा जी मैनू इन्ने दे दो, वो कंपीटिंग इंटरस्ट नू भी जिहड़ा है रख के। और बाकी हुंदा है कि साडियां रिसोर्सिस कितनी है, साडियां रिसोर्सिस की अलाउ कर दियां कंपीटिंग इंटरस्ट है। व्हाट हैज प्रशांत किशोर गॉट टू डू इट? यू नो ही इज नाइदर अ पॉलिटिशियन नॉर अ एडमिनिस्ट्रेटर। इलेक्शन तो मैं लड़ना है जी, प्रशांत किशोर ने थोड़ी लड़ना। 2017 ਦਾ ਜਿਹੜਾ ਤੁਹਾਡਾ ਪਹਿਲਾ ਬਜਟ ਸੀ ਉਸ ਦੇ ਵਿੱਚ ਕਿਹਾ ਗਿਆ ਸੀ ਕਿ 2 ਮਹੀਨਿਆਂ ਦੇ ਅੰਦਰ ਅੰਦਰ ਐਗਰੀਕਲਚਰ ਪਾਲਿਸੀ ਲਿਆਂਦੀ ਜਾਏਗੀ। एग्रीकल्चर पॉलिसी तैयार हो चुकी है। ਜਿਹੜੇ एग्रीकल्चर कमीशन ਦੇ चेयरमैन है अजयवीर जाखड़, ਉਹ ਕਿਸੇ ਵਜ੍ਹਾ ਨਾਲ ਉਹ ਟੇਬਲ ਤੇ ਜੇ ਉਹਦੀ ਡਿਸਕਸ਼ਨ ਨਹੀਂ ਆਈ। और जो अजय जाखड़ ने पॉलिसी बनाई है मैं खुद पढ़ी है, बहुत वधिया पॉलिसी है। आई एम होपफुल कि सैशन च वो जरूर आ जाए। 2017 ਤੋਂ ਲੈ ਕੇ ਹੁਣ ਤੱਕ ਕਰੀਬ 4 ਸਾਲ ਹੋ ਚੁੱਕੇ ਹੈ ਔਰ ਤੁਸੀਂ ਵਾਅਦਾ 2 ਮਹੀਨਿਆਂ ਦੇ ਅੰਦਰ ਅੰਦਰ ਦਾ ਕੀਤਾ ਸੀ। सॉरी स्पेशल स्कीम बनाई सर, कामयाब है।
ਸਭ ਜੇ ਤਾਂ ਕੱਲੀ ਤੁਸੀਂ ਡੈਟ ਰਿਲੀਫ ਦੀ ਗੱਲ ਕਰ ਰਹੇ ਹੋ ਤਾਂ ਉਹਦੇ ਵਿੱਚ ਵੀ ਇਸ ਸਾਲ 1700 ਕਰੋੜ ਰੱਖਿਆ ਗਿਆ ਹੈ। 1700 ਕਰੋੜ ਡੈਟ ਰਿਲੀਫ। ਦੇਖੋ ਡੈਟ ਰਿਲੀਫ ਜੇ ਕੋਈ ਕਵੇ ਕਿ ਫਾਈਨਲ ਹੋ ਜਾਏਗੀ, ਹਰ ਸਾਲ ਇੰਨੀ ਕੁ ਪੰਜਾਬ ਨੂੰ 1700 2000 ਕਰੋੜ ਡੈਟ ਰਿਲੀਫ ਰੱਖਣੀ ਪਏਗੀ। 1700 ਕਰੋੜ ਰੱਖੀ ਹੈ। ਉਸ ਦੇ ਨਾਲ 1100 ਕਰੋੜ ਐਤਕੀ ਐਗਰੀਕਲਚਰ ਨੂੰ ਬੂਸਟ ਦੇਣ ਵਾਸਤੇ, ਜਿਹੜਾ ਖੁਸ਼ਹਾਲ ਕਾਮਯਾਬ ਕਿਸਾਨ ਤੇ ਖੁਸ਼ਹਾਲ ਪੰਜਾਬ, ਇਹਦੇ ਵਿੱਚ ਰੱਖਿਆ। ਇਹਦੇ 'ਚ ਕੋਈ ਫੂਡ ਪ੍ਰੋਸੈਸਿੰਗ ਦਾ, ਇਹਦੇ ਵਾਸਤੇ ਹਾਰਟੀਕਲਚਰ ਦਾ, ਇਹਦੇ ਵਾਸਤੇ ਨਵੀਆਂ ਸ਼ੂਗਰ ਮਿਲ ਦੀ ਐਕਸਪੈਂਸ਼ਨ, ਇਹਦੇ 'ਚ ਤੁਸੀਂ ਜਦੋਂ ਤਫਸੀਲ ਨਾਲ ਪੜ੍ਹੋਗੇ ਤਾਂ ਤੁਹਾਨੂੰ ਲੋਟ ਹੈਜ਼ ਬੀਨ ਕੈਪਟ। ਸਾਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਕਿਸਾਨੀ ਜਿਹੜੀ ਮਾਯੂਸ ਹੈ, ਇਹ ਮਾਯੂਸ ਕਿਸਾਨੀ ਨੂੰ ਕਿਵੇਂ ਨਾ ਕਿਵੇਂ ਅਸੀਂ ਇਹਨਾਂ ਨੂੰ ਖੁਸ਼ਹਾਲੀ ਕਿਵੇਂ ਤਬਦੀਲ ਕਰਨਾ ਹੈ। ਇਸ ਕਰਕੇ ਸਾਡੀ ਕੋਸ਼ਿਸ਼ ਇਹ ਸੀ ਕਿ ਵੱਧ ਤੋਂ ਵੱਧ ਰਕਮ ਇਹਦੇ ਵਾਸਤੇ ਰੱਖੀ ਜਾਵੇ। ਇਸੇ ਤਰ੍ਹਾਂ ਦੀ ਯੋਜਨਾ ਕਿ ਗ੍ਰੀਨ ਟਰੈਕਟਰ ਸੀ ਤੁਹਾਡੀ ਜੀ, ਕਿ 25000 ਨੌਜਵਾਨਾਂ ਨੂੰ ਟਰੈਕਟਰ ਦਿੱਤੇ ਜਾਣਗੇ, ਉਸ ਯੋਜਨਾ ਸਰ ਕਿਹਨੇ ਸਭ ਜੇ ਤੁਸੀਂ ਬਜਟ ਤਫਸੀਲ ਨਾਲ ਪੜ੍ਹੋਗੇ ਤਾਂ ਦੋ ਗੱਲਾਂ ਤੁਹਾਨੂੰ ਨਜ਼ਰ ਆਉਣਗੀਆਂ। ਇੱਕ ਤਾਂ ਪੇ ਕਮਿਸ਼ਨ ਜਿਹੜੀ ਹੈ, ਪੇ ਕਮਿਸ਼ਨ ਵਾਸਤੇ 9000 ਕਰੋੜ ਰੁਪਇਆ ਉਹ ਅਲੱਗ ਰੱਖਿਆ ਹੋਇਆ। ਔਰ ਜੇ ਤੁਸੀਂ ਸਾਡਾ ਟੋਟਲ ਰੈਵਨਿਊ ਡੈਫਿਸਿਟ ਵੇਖੋਗੇ 8600 ਕਰੋੜ ਹੈ। ਇਹਦਾ ਮਤਲਬ ਇਹ ਹੈ ਕਿ ਜੇ ਕਿਤੇ ਪੇ ਕਮਿਸ਼ਨ ਵਾਸਤੇ ਨਾ ਪੈਸੇ ਰੱਖਣੇ ਹੁੰਦੇ ਤਾਂ ਪੰਜਾਬ ਵੁੱਡ ਹੈਵ ਹੈਡ ਅ ਸਰਪਲਸ ਬਜਟ ਆਫ 9000 ਕਰੋੜ। ਨੰਬਰ 1। ਦੂਜਾ ਹੈਗਾ ਕਿ ਬੜੇ ਸਾਲਾਂ ਬਾਅਦ ਜਿਹੜਾ ਕੈਪੀਟਲ ਐਕਸਪੈਂਡੀਚਰ ਹੈ ਇਹ 14000 ਕਰੋੜ ਰੱਖਿਆ ਗਿਆ। ਸੋ ਮੈਂ ਸਿਨਹਾ ਸਾਹਿਬ ਤੇ ਹੋਰ ਜਿਹੜੇ ਸਾਡੇ ਚੀਫ ਸੈਕਟਰੀ ਜਾਂ ਸਾਰਿਆਂ ਨਾਲ ਮੁਸ਼ਾਵਰਤ ਇਹ ਵੀ ਕੀਤੀ ਸੀ ਕਿ ਆਪਾਂ ਕੈਪੀਟਲ ਐਕਸਪੈਂਡੀਚਰ ਘੱਟ ਕਰ ਦਈਏ, ਥੋੜਾ ਜਿਹਾ ਘੱਟ ਕਰ ਦਈਏ, ਪਰ ਆਪਣਾ ਡੈਫਿਸਿਟ ਜਿਹੜਾ ਹੈ ਉਹ ਖਤਮ ਕਰੀਏ। ਇਹਨਾਂ ਨੇ ਮੈਨੂੰ ਸਲਾਹ ਦਿੱਤੀ, ਕਿਉਂਕਿ ਮੈਂ ਤਾਂ ਇਕਨੋਮਿਸਟ ਨਹੀਂ ਹੈ, ਉਹ ਕਹਿੰਦੇ ਜੀ ਰਿਸੈਸ਼ਨ ਦਾ ਸਾਲ ਹੈ, no economist worth his salt will advocate less spending। ਰਿਸੈਸ਼ਨ ਦੇ ਵਿੱਚ ਸਰਕਾਰ ਦੀ ਸਪੈਂਡਿੰਗ ਵਧਾਉਣੀ ਪੈਣੀ ਹੈ, ਔਰ ਜੇ ਤੁਸੀਂ ਨਾ ਵਧਾਈ, ਤੁਸੀਂ ਡੈਫਿਸਿਟ ਮਨਜ਼ੂਰ ਕਰ ਲਓ ਪਰ ਕੈਪੀਟਲ ਐਕਸਪੈਂਡੀਚਰ ਵਧਾਓ, ਤਾਂ ਕਿ ਮਤਲਬ ਜਿਹੜਾ ਤੁਸੀਂ ਸਵਾਲ ਕੀਤਾ ਹੈ ਵੀ ਇਹਨੂੰ ਬਾਹਰ ਕਿਵੇਂ ਕੱਢੋਗੇ। ਸਭ ਇੱਕ ਗੱਲ, ਕਿਉਂਕਿ ਵਿਰੋਧੀ ਵੀ ਪ੍ਰੈਸ ਦਾ ਵੀ ਤੁਹਾਡਾ ਵੀ ਇਹ ਹੱਕ ਬਣਦਾ ਹੈ, ਪਰ ਕਈ ਵਾਰੀ ਆਪਾਂ ਇਹ ਗੱਲ ਭੁੱਲ ਜਾਂਦੇ ਹਾਂ ਕਿ ਜਿਹੜਾ ਆ ਮੌਜੂਦਾ ਸਾਲ ਆਇਆ ਕੋਵਿਡ ਵਾਲਾ, ਇਹਦੀ ਮਿਸਾਲ ਦੁਨੀਆ ਦੇ ਤੇ ਇਨਸਾਨ ਦੀ ਹਿਸਟਰੀ ਦੇ ਵਿੱਚ ਨਹੀਂ ਮਿਲਦੀ ਕਿ ਕਿਤੇ ਬਨੀਓ ਇਨਸਾਨ ਨੂੰ ਇਸ ਕਿਸਮ ਦਾ ਝਟਕਾ ਲੱਗਿਆ ਹੋਵੇ ਕਿ ਵੱਡੇ ਵੱਡੇ ਮੁਲਕ ਲੜਖੜਾ ਗਏ। ਪੰਜਾਬ ਕੀ ਚੀਜ਼ ਹੈ, ਕੋਈ ਕਹਿੰਦਾ ਤੂੰ ਆਹ ਨਹੀਂ ਕੀਤਾ, ਤੂੰ ਆਹ ਨਹੀਂ ਕੀਤਾ। ਯਾਰ ਇਟ ਵਾਸ ਨਾਟ ਅ ਨਾਰਮਲ ਈਅਰ। ਬਾਵਜੂਦ ਇਸ ਦੇ ਅਸੀਂ ਪੰਜਾਬ ਦੇ ਫਾਈਨੈਂਸਿਸ ਨੂੰ ਸਟੇਬਲਾਈਜ਼ ਕਰ ਲਿਆ। ਆਈ ਥਿੰਕ ਇਟਸ ਅ ਬਿਗ ਅਚੀਵਮੈਂਟ। ਸਭ ਜਿਹੜੀ ਦੇਖੋ ਬੋਰੋਇੰਗ ਤਾਂ ਜਿਹੜੀ ਹੈ, ਇਹ ਜੋ FRBM ਐਕਟ ਦੇ ਤਹਿਤ ਇੱਕ ਹੱਦ ਤੋਂ ਵੱਧ ਤਾਂ ਬੋਰੋਇੰਗ ਕਰ ਨਹੀਂ ਸਕਦੇ। ਹਾਂ, ਸਭ ਕਰਜ਼ਾ ਵਾਪਸ ਤਾਂ ਐਂ ਹੀ ਹੋਏਗਾ ਨਾ ਕਿ ਜੇ ਸਾਡੀ GSDP ਹੈ, ਜੇ ਗਰੋਥ ਜਿਹੜੀ ਹੈ ਉਹ ਵੱਧ ਜੇ। ਜਦੋਂ ਗਰੋਥ ਵੱਧ ਜਾਏਗੀ ਤਾਂ ਇਹ ਕਰਜ਼ਾ ਛੋਟਾ ਲੱਗਣ ਲੱਗ ਜਾਏਗਾ। ਮੈਂ ਹਰ ਵਾਰੀ ਪ੍ਰੈਸ ਕਾਨਫਰੰਸ ਕਹਿੰਦਾ ਕਿ ਜਿਹੜਾ ਮੇਰੇ ਘਰੇ ਮੇਰੀ ਰੋਟੀ ਪਕਾਉਂਦਾ, ਮੇਰਾ ਜਿਹੜਾ ਖਾਨਸਾਮ ਹੈ, ਉਹਨੂੰ 1 ਲੱਖ ਰੁਪਏ ਦਾ ਕਰਜ਼ਾ ਬਹੁਤ ਵੱਡਾ ਲੱਗਦਾ, ਮੈਨੂੰ 1 ਲੱਖ ਰੁਪਏ ਦਾ ਕਰਜ਼ਾ ਛੋਟਾ ਲੱਗਦਾ। ਜੇ ਆਪਣੀ GDP ਇੰਨੀ ਵੱਧ ਜੇ ਤਾਂ ਇਹ ਕਰਜ਼ੇ ਜਿਹੜੇ ਐਜ਼ ਅ ਪਰਸੈਂਟੇਜ ਬਹੁਤ ਛੋਟੇ ਹੋ ਜਾਣਗੇ। GDP ਵਧੇਗੀ ਜਦੋਂ ਇੰਡਸਟਰੀਅਲ ਪ੍ਰੋਡਕਸ਼ਨ ਵਧੇਗੀ, ਜਦੋਂ ਇਨਵੈਸਟਮੈਂਟਸ ਆਉਣਗੀਆਂ। ਇਹ ਤੁਸੀਂ ਕਿਵੇਂ ਕਹਿਤਾ, ਮੈਂ 70000 ਕਰੋੜ ਦੀ ਇਨਵੈਸਟਮੈਂਟ ਪੰਜਾਬ ਪਿਛਲੇ 4 ਸਾਲਾਂ 'ਚ ਆ ਚੁੱਕੀ ਹੈ। ਕੋਵਿਡ ਦੇ ਵਿੱਚ 3500 ਕਰੋੜ ਦੀ ਇਨਵੈਸਟਮੈਂਟ ਆ ਚੁੱਕੀ ਹੈ। ਮਤਲਬ ਮੈਂ ਮਾਫ ਕਰਨਾ ਕਿਉਂਕਿ ਮਤਲਬ ਮੈਂ ਮਾਯੂਸੀ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਿਹਾ, ਬਟ ਪੰਜਾਬ ਜਿਹੜਾ ਹੈ ਇਟਸ ਨਾਟ ਡੂਇੰਗ ਟੂ ਬੈਡਲੀ।
ਤੁਸੀਂ ग्रोथ ट्रेंड देखो ग्रोथ देखो ना 10.43 इज अ बिग ग्रोथ फिगर यार यकम जुलाई 2021 में हाँ जी सर ये तो रिपोर्ट ही नहीं आई यार जिस वेले देखो जो रिपोर्ट आती है सानू महीना डेढ़ महीना नूं पढ़न ते लगदा है सानू ਉਹ ਏਰੀਅਰਸ ਨਹੀਂ ਮੇਰੀ ਕਿਸਮ ਜਿੱਦਨ ਤੋਂ ਲਾਗੂ ਹੋ ਗਈ ਜੋ ਪੁਰਾਣੇ ਡੀਏ ਹੈਗੇ ਉਹ ਏਰੀਅਰਸ ਬਣ ਜਾਂਦੇ ਆ ਉਹ ਏਰੀਅਰ ਦੀ ਸ਼ਕਲ ਚ ਆ ਜਾਣਗੇ ਤੁਸੀਂ ਭਾਵੇਂ 1 ਜਨਵਰੀ ਤੋਂ ਕਰ ਲਓ ਭਾਵੇਂ 7 ਜਨਵਰੀ ਤੋਂ ਕਰ ਲਓ ਏਰੀਅਰਸ ਹੀ ਹੈ ਨਾ ਅਸੀਂ ਕਿਹਾ ਵੀ ਜਦੋਂ ਸਾਨੂੰ ਪਤਾ ਚੱਲ ਗਏ ਏਰੀਅਰਸ ਕੀ ਹੈ ਅਸੀਂ ਉਹ ਏਰੀਅਰਸ ਕਿਸ਼ਤਾਂ ਦੇ ਰਾਹੀਂ ਉਹ ਸਾਰੇ ਨਿਬੇੜ ਦਿਆਂਗੇ ਔਰ ਪਹਿਲੀ ਕਿਸ਼ਤ ਏਰੀਅਰਸ ਦੀ ਅਸੀਂ ਅਕਤੂਬਰ 'ਚ ਦੇ ਦਾਂਗੇ ਅਗਲੀ ਅਸੀਂ ਜਨਵਰੀ 'ਚ ਦੇ ਦਾਂਗੇ ਸੋ ਕੁਆਟਰਲੀ ਕਿਸ਼ਤ ਜਿਹੜੀ ਹੈ ਏਰੀਅਰਸ ਦੀ ਬਣ ਜਾਏਗੀ ਅਸੀਂ ਉਹਦਾ ਇਹਦੇ ਨਾਲ ਹੀ ਸਵਾਲ ਹੈ ਕਿ ਡਿਸਪਾਈਟ ਤੇ ਸੱਚੇ ਹਿਊਜ ਡੈਟ ਬਰਡਨ no effort seems to have been made to mobilize additional resources. So can we say that this is entirely election oriented budget? ਸਰ ਦੇਖੋ ਜੀਐਸਟੀ ਆਉਣ ਤੋਂ ਬਾਅਦ ਰਿਸੋਰਸ ਮੋਬਿਲਾਈਜੇਸ਼ਨ ਦੀ ਤੁਸੀਂ ਆਪਾਂ ਕਿਸ ਦਿਨ ਇਕੱਠੇ ਬੈਠ ਜਾਾਂਗੇ ਤੁਸੀਂ ਦੱਸੋ ਵੀ ਗੁੰਜਾਇਸ਼ ਕਿੱਥੇ ਹੈ ਡੀਜ਼ਲ ਪੈਟਰੋਲ ਦੇ ਰੇਟ ਵਧਾ ਦਈਏ ਉਹ ਗੁੰਜਾਇਸ਼ ਨਹੀਂ ਹੈ 50 ਸਾਲ ਵੀ ਤੁਸੀਂ ਲਗਾਏ ਤਾਂ ਹੈ ਨਾ ਤੁਸੀਂ ਤਾਂ ਕੋਆਪਰੇਟ ਕੀਤੇ ਹੈ ਐਕਸਾਈਜ਼ ਪਾਲਿਸੀ ਆਲਰੇਡੀ ਐਤਕੀ 7,002 crore 7002 ਕਰੋੜ ਦੀ ਆ ਗਈ ਇਟਸ ਅ ਹਿਊਜ ਜੰਪ ਯਾਰ ਪਿਛਲੇ ਸਾਲ ਤੁਸੀਂ 2000 ਕਰੋੜ ਰੱਖਿਆ ਸੀ ਕਿਸਾਨਾਂ ਦੇ ਕਰਜ਼ ਮਾਫੀ ਲਈ ਨਹੀਂ ਦਿੱਤਾ ਐਕਚੁਅਲੀ 1700 ਕਰੋੜ ਰੱਖਿਆ ਸੀ 300 ਕਰੋੜ ਤੱਕ ਕਿੱਧਰ ਗਿਆ ਸਭ ਜੋ ਪਿਛਲੇ ਸਾਲ ਸੀ ਉਹ ਮਾਰਚ ਦੇ ਵਿੱਚ ਫੰਕਸ਼ਨ ਹੋਣਾ ਸੀ ਕੋਵਿਡ ਦੀ ਵਜ੍ਹਾ ਨਾਲ ਰਿਸਟ੍ਰਿਕਸ਼ਨਸ ਆ ਗਈਆਂ 6-7 ਮਹੀਨੇ ਫਿਰ ਕੋਈ ਕੰਮ ਨਹੀਂ ਹੋਇਆ ਜੋ ਸਾਡਾ ਕੈਪੀਟਲ ਐਕਸਪੈਂਡੀਚਰ ਸੀਗਾ ਉਹ ਕੋਵਿਡ ਦੀ ਲੜਾਈ 'ਚ ਲੱਗ ਗਿਆ ਵੀ ਹੈਡ ਟੂ ਮੇਕ ਡਰੈਸਟਿਕ ਕੱਟਸ ਅਸੀਂ EMPLOYEES ਦੀ ਸੈਲਰੀ ਤੇ ਕੋਈ ਕੱਟ ਨਹੀਂ ਲਾਇਆ ਪੈਨਸ਼ਨ ਤੇ ਕੋਈ ਕੱਟ ਨਹੀਂ ਲਾਇਆ ਕਿਸੇ ਕਿਉਂਕਿ ਜਿਹੜਾ ਬੰਦਾ ਸਰਕਾਰ ਤੋਂ ਲੈ ਰਿਹਾ ਉਹ ਤਾਂ ਕਹਿ ਰਿਹਾ ਯਾਰ ਭਾਵੇਂ ਕੁਛ ਹੋ ਜੇ ਭਾਵੇਂ ਅੱਗ ਲੱਗ ਜੇ ਮੇਰੀ ਤਾਂ ਉਨੀ ਫੜਾ ਮੇਰੀ ਤਾਂ ਸੋ ਫਿਰ ਕੱਟ ਦਾ ਕਿੱਥੇ ਹੋ ਸਕਦਾ ਸੀ ਕੱਟ ਤਾਂ ਫਿਰ ਐਕਸਪੈਂਡੀਚਰ 'ਚ ਹੀ ਹੋ ਸਕਦਾ ਨਾ ਜਿਹੜਾ ਕੈਪੀਟਲ ਐਕਸਪੈਂਡੀਚਰ ਅਸੀਂ ਕੀਤਾ ਸੀਗਾ ਫੰਕਸ਼ਨ ਕੋਈ ਹੋ ਨਹੀਂ ਸਕਦਾ ਸੀ ਤਨਖਾਹਾਂ ਟਾਈਮ ਸਿਰ ਦੇਣੀਆਂ ਸੀਗੀਆਂ ਤਨਖਾਹਾਂ ਤੇ ਅਸੀਂ ਕਿਤੇ ਡਿਫਾਲਟ ਨਹੀਂ ਕੀਤਾ ਅਸੀਂ ਆਪਣੀ ਕਿਸੇ ਵੀ ਕਮਿਟਮੈਂਟ ਤੇ ਅਸੀਂ ਆਪਣੀ 올ਡ ਏਜ ਪੈਨਸ਼ਨ ਤੇ ਡਿਫਾਲਟ ਨਹੀਂ ਕੀਤਾ ਅਸੀਂ ਪਾਵਰ ਸਬਸਿਡੀ ਤੇ ਡਿਫਾਲਟ ਨਹੀਂ ਕੀਤਾ ਹੋਰ ਅਸੀਂ ਕੀ ਕਰ ਸਕਦੇ ਬੇਟਾ ਮੈਂ ਇਹਦੇ ਨਾਲ ਥੋੜੀ ਜਿਹੀ ਵਜ਼ਾਹਤ ਕਰੂੰ supplementary है either supplementary can you repeat the announcement you have made in the house and how much the financial burden it would be having on state and center ਸਭ ਜਿਹੜੀ ਇਹ free travel for women on government buses in Punjab ਅਸੀਂ ਇਹਦੇ ਵਾਸਤੇ 150 ਕਰੋੜ ਰੁਪਇਆ ਆਪਣੇ ਬਜਟ 'ਚ ਰੱਖਿਆ ਟੂ ਕੰਪਨਸੇਟ ਟੂ ਦਾ ਟਰਾਂਸਪੋਰਟ ਡਿਪਾਰਟਮੈਂਟ 150 ਕਰੋੜ ਰੱਖਿਆ ਪਰ ਸਾਡਾ ਆਪਣਾ ਮੰਨਣਾ ਹੈ ਕਿ ਗਵਰਨਮੈਂਟ ਬੱਸਸ ਦੇ ਵਿੱਚ ਸੀਟਾਂ ਖਾਲੀ ਜਾ ਰਹੀਆਂ ਜੇ ਔਰਤਾਂ ਜਾਂ ਮਹਿਲਾਵਾਂ ਬਹਿ ਜਾਣਗੀਆਂ ਬੱਸਾਂ 'ਚ ਤਾਂ ਕੋਈ ਲੰਮਾ ਚੌੜਾ ਨੁਕਸਾਨ ਨਹੀਂ ਹੋਣ ਲੱਗਿਆ ਦੂਸਰਾ ਅਸੀਂ ਇਹ ਵੀ ਦੇਖਿਆ ਕਿ ਅਮੂਮਨ ਫੈਮਿਲੀਜ਼ ਇਕੱਠੇ ਟਰੈਵਲ ਕਰਦੀਆਂ women don't travel alone ਇਸ ਉਸ ਨਾਲ ਕਿ ਯਾਰ ਮੇਰੀ ਤਾਂ ਟਿਕਟ ਲੱਗਣੀ ਨਹੀਂ ਤੇ ਆਪਦੇ ਘਰ ਵਾਲੇ ਨੂੰ ਜਾਂ ਆਪਦੇ ਖਾਮਦ ਨੂੰ ਕਹੂਗੀ ਤੂੰ ਵੀ ਮੇਰੇ ਨਾਲ ਚੱਲ ਉਹ ਟਿਕਟ ਖਰੀਦ ਲੂਗਾ ਸੋ ਆਈ ਡੋਂਟ ਥਿੰਕ ਸੋ ਇਟਸ ਗੋਇੰ ਟੂ ਬੀ ਮਚ ਆਫ ਅ ਲਾਸ ਫॉर ਪੰਜਾਬ ਮਤਲਬ ਇਹਨੂੰ ਸਿਨਿਕਲੀ ਨਾ ਲਿਓ ਜੇ ਪਰ ਅਸੀਂ ਰੱਖਿਆ ਇਹਦੇ ਵਾਸਤੇ 150 ਕਰੋੜ ਹੈ ਪਰ ਮੈਨੂੰ ਲੱਗਦਾ ਵੀ ਇੱਥੇ ਬਹੁਤਾ ਵੱਡਾ ਨੁਕਸਾਨ ਹੋਣ ਨਹੀਂ ਵਾਲਾ ਪ੍ਰਾਈਵੇਟ 'ਚ ਵੀ ਬਹਿ ਜਾਂਦੇ ਪਰ ਚਲੋ ਮਤਲਬ ਸਾਡੀਆਂ ਤਾਂ ਸੀਟਾਂ ਖਾਲੀ ਜਾ ਰਹੀਆਂ ਜੀ ਰੋਡਵੇਜ਼ ਦੀਆਂ ਐਕਸਾਈਜ਼ ਪਾਲਿਸੀ ਔਰ ਮਾਈਨਿੰਗ ਨੂੰ ਲੈ ਕੇ ਲਗਾਤਾਰ ਸਵਾਲ ਆਉਂਦੇ ਨੇ ਇੱਕ ਮਿੰਟ ਮੈਂ ਇਹਨਾਂ ਦੀ ਸੁਣ ਲਾਂ ਜੀ I think ਸਾਡੀ compensation from GST is quite huge ਸਾਡੇ ਕੋਲੇ ਰੈਵਨਿਊ ਡੈਫਿਸਿਟ ਗ੍ਰਾਂਟ 10,000 ਕਰੋੜ ਦੀ ਵੀ ਆਈ ਹੈ ਸਟੇਟ ਸ਼ੇਅਰ ਆਫ ਸੈਂਟਰਲ ਟੈਕਸਿਸ ਵੀ ਆਊਗਾ ਇਹਦੇ 'ਚ ਜਿਹੜੀ ਸਾਨੂੰ 15 ਫਾਈਨੈਂਸ ਕਮਿਸ਼ਨ ਨੇ ਸਾਡਾ ਸ਼ੇਅਰ ਟੈਕਸਾਂ ਦਾ ਵਧਾਇਆ ਹੈ टोटल रेवेन्यू रिसीव्स ਹਾਂਜੀ 15 ਹਾਂਜੀ ਸਰ ਇਸ ਬਜਟ ਦੇ ਵਿੱਚ ਨੌਜਵਾਨਾਂ ਦੇ ਲਈ ਖਾਸ ਕਰਕੇ ਕੀ ਰੱਖਿਆ ਗਿਆ ਕਿਉਂਕਿ ਪਿਛਲੀ ਵਾਰ ਬੇਰੁਜ਼ਗਾਰੀ ਭੱਤੇ ਦਾ ਜ਼ਿਕਰ ਹੋਇਆ ਸੀ ਉਸ ਦਾ ਨਜ਼ਰ ਨਹੀਂ ਆਇਆ ਇਸ ਬਜਟ ਸਰ ਇਸ ਤਰ੍ਹਾਂ ਨੌਜਵਾਨਾਂ ਵਾਸਤੇ ਜਿਵੇਂ ਮੈਂ ਦੱਸਿਆ ਕਿ
ਜਿਹੜੇ ਸਕਿੱਲ ਡਿਵੈਲਪਮੈਂਟ ਘਰ ਘਰ ਰੋਜ਼ਗਾਰ ਦਾ ਬਜਟ ਜਿਹੜਾ ਹੈ 5 ਗੁਣੇ ਵੱਧ ਗਿਆ ਸਕਿਲਿੰਗ ਦਾ ਮਤਲਬ ਰਾਦਰ ਦੈਨ ਗਿਵ them ਮਨੀ ਆਊਟਰਾਈਟ ਕਿ ਜੇ ਉਹਨਾਂ ਦੀ ਸਕਿੱਲ ਡਿਵੈਲਪਮੈਂਟ ਕਰਾ ਦਈਏ ਉਹ 5 ਗੁਣੇ ਵਧਾ ਕੇ ਦੇ ਦਿੱਤਾ ਸਮਾਰਟ ਬੇਰੁਜ਼ਗਾਰੀ ਪਤਾ ਨਹੀਂ ਨਜ਼ਰ ਆ ਜੋ ਤੁਸੀਂ ਹੁਕਮ ਕਰ ਦੋਗੇ ਜੀ ਸਰ ਤੁਸੀਂ ਸਰਕਾਰੀ ਜੋ ਪਹਿਲੇ ਰੱਖਿਆ ਉਹੀ ਜ਼ਿਆਦਾ नहीं जी नहीं अभी नहीं हाँ वी माइट कैरी इट फॉरवर्ड बट वी नॉट गोइंग ਸਰ ਤੁਸੀਂ हमें परमिसिबल इस बार 5 है जी पर हमने 5 नहीं रेज करा हाँ सर I think we have had record procurements and they have been done without any hassle. In spite of the Rail Roko Andolan, we continue to supply electricity to our agriculture sector. ਅਸੀਂ ਯੂਰੀਆ DAP ਦੀ ਸ਼ਾਰਟੇਜ ਨਹੀਂ ਆਉਣ ਦਿੱਤੀ ਭਾਵੇਂ ਅਸੀਂ ਟਰੱਕਾਂ ਤੇ ਲੈ ਕੇ ਆਂਦਾ ਕਿਸੇ ਫਾਰਮਰ ਨੂੰ 48 ਘੰਟੇ ਤੋਂ ਵੱਧ ਮੰਡੀਆਂ 'ਚ ਇੰਤਜ਼ਾਰ ਕਰਨ ਦੀ ਲੋੜ ਨਹੀਂ ਪਈ ਸਾਰਿਆਂ ਨੂੰ ਪੇਮੈਂਟ ਸੁਥਰੇ ਢੰਗ ਨਾਲ ਮਿਲ ਗਈਆਂ 9000 ਕਰੋੜ ਇਸੇ ਵਾਸਤੇ ਰੱਖਿਆ ਜੀ ਹਾਂਜੀ ਸਰ ਸਰਕਾਰੀ ਜਿਹੜੇ ਵਿਦਿਆਰਥੀ ਕਾਲਜ ਵਿੱਚ ਪੜ੍ਹਦੇ ਨੇ ਉਹ ਸਫਰ ਦੀ ਗੱਲ ਕਰ ਰਹੇ ਉਹਨਾਂ ਵਿੱਚ ਲੜਕੇ ਲੜਕੀਆਂ ਦੋਵੇਂ ਸ਼ਾਮਲ ਨੇ ਜੀ ਉਹਨਾਂ ਵਾਸਤੇ 20 ਕਰੋੜ ਆਰਡਰ ਰੱਖਿਆ ਸੋ ਟੋਟਲ 170 ਰੱਖਿਆ 150 women 20 for students ਕਦੋਂ ਤੋਂ ਲਾਗੂ ਹੋਏਗਾ ਜੀ ਬੋਲੋ ਦੱਸੋ ਲਾਗੂ ਹੋ ਗਿਆ ਸਰ ਇਹ ਤਾਂ ਲਾਗੂ 1 ਅਪ੍ਰੈਲ ਤੋਂ ਹੋ ਜਾਏਗਾ ਜਿਹੜਾ ਸਰ ਪੰਜਾਬ ਅਲੱਗਾ ਰੱਖਿਆ ਗਿਆ ਸਾਨੂੰ ਹੋਸਟਲ ਕੋਲ ਉਹਨਾਂ ਲਈ 170 ਕਰੋੜ ਦੇ ਵਿੱਚ ਐਡ ਹੈ ਨਹੀਂ ਜੀ ਉਹ ਅਲੱਗ ਹੈ ਜੀ ਅਲੱਗ ਹੈ ਜੀ ਇਹ ਜ਼ਰੂਰੀਆਤ ਵਕਤ ਸੀ ਕਿ when women go to ਸ਼ਹਿਰ ਜਾਂਦੀਆਂ ਬੱਚੀਆਂ ਉਹ ਕਿੱਥੇ ਰਹਿਣ ਕਿਹੜੀ ਕੋਠੀ 'ਚ ਰਹਿਣ ਕਿਹਦੇ ਚਵਾਰੇ 'ਚ ਰਹਿਣ ਆਪਣੇ ਆਪ ਨੂੰ ਸੇਫ ਨਹੀਂ ਮਹਿਸੂਸ ਕਰਦੀਆਂ ਤੇ ਜੇ 50 ਕਰੋੜ 'ਚ ਅਸੀਂ 7 ਬਣਾ ਦਾਂਗੇ ਅੱਛੇ ਮਤਲਬ ਹੋਸਟਲ ਬਣ ਜਾਣਗੇ ਵੀ ਅ ਗੁੱਡ ਸਟੈਪ ਹੈ ਸਮਾਰਟ ਕਾਰਡ ਰੀਡ ਰੱਖੀ ਹੈ ਨਾ ਚਾਹ ਪੱਤੀ ਨਹੀਂ ਜੀ ਨਹੀਂ ਅਸੀਂ ਕੀ ਕੀਤਾ ਹੈ 33 ਲੱਖ ਪਰਿਵਾਰ ਜਿਹੜੇ ਹੈ ਇਹ ਸਮਾਰਟ ਕਾਰਡ 'ਚ ਆ ਗਏ ਹੈ ਪਰ ਸਾਨੂੰ ਅਜੇ ਵੀ ਡਿਮਾਂਡ ਆ ਰਹੀ ਹੈ ਕਿ ਸਮਾਰਟ ਕਾਰਡ ਹੋਰ ਚਾਹੀਦੇ ਜਦੋਂ ਅਸੀਂ ਆਪਣੇ ਮਹੱਲਿਆਂ 'ਚ ਬਸਤੀਆਂ 'ਚ ਆਬਾਦੀਆਂ ਜਾਂਦੇ ਹਾਂ ਤਾਂ ਲੋਕ ਕਹਿੰਦੇ ਸਾਡੇ ਨਹੀਂ ਬਣੇ ਉਸ ਨਾਲ ਫਿਰ ਅਸੀਂ 9 ਲੱਖ ਬੰਦਾ ਸਭ ਤੋਂ ਚੋਇਸ ਵਾਸ ਕਿ ਕਈ ਬੰਦੇ ਗਵਰਨਮੈਂਟ ਆਫ ਇੰਡੀਆ ਦੇ ਉਸ 'ਚ ਆਉਂਦੇ ਨਹੀਂ ਗਵਰਨਮੈਂਟ ਆਫ ਇੰਡੀਆ ਕਹਿੰਦੀ ਯਾਰ 55 ਲੱਖ ਖਾਨਦਾਨ ਹੈ 33 ਨੂੰ ਤੁਸੀਂ ਦੇਤਾ है मतलब स्मार्ट कार्ड ਹੁਣ आपके पास कितने गरीब हैं बट वो हल्के में डिमांड है सो द चॉइस वाज कि आइदर यू गिव शुगर एंड टी लीव्स ਤਾਂ ਜਾਂ ਹੈ ਵੀ ਜਿਨ੍ਹਾਂ ਨੂੰ ਆਟਾ ਵੀ ਨਹੀਂ ਮਿਲ ਰਿਹਾ ਮਤਲਬ ਵੀਟ ਨਹੀਂ ਮਿਲ ਰਿਹਾ ਤੁਸੀਂ ਉਹਨਾਂ ਨੂੰ ਵੀਟ ਦੇ ਦਿਓ ਸੋ ਵੀ ਮੇਡ ਦੈਟ ਕੌਨਸ਼ੀਅਸ ਚੋਇਸ ਔਰ ਅਸੀਂ ਆਪਣੀ ਸਟੇਟ ਸਕੀਮ ਲੈ ਕੇ ਆਏ ਹਾਂ ਜਿਹਦੇ ਜੋ ਸੈਂਟਰਲ ਸਕੀਮ ਹੈ ਉਹਦੀ ਹੂਬਹੂ ਨਕਲ ਕਰ ਦਾਂਗੇ ਇਹਦੇ ਲਈ ਅਸੀਂ 120 ਕਰੋੜ ਰੁਪਇਆ ਆਰਡਰ ਰੱਖਿਆ ਮੰਤਰੀ ਜੀ ਤੁਸੀਂ ਆਪਣੇ ਬਜਟ ਦੇ ਵਿੱਚ ਫਰੀडम ਫਾਈਟਰਾਂ ਦੀ ਪੈਸੇ ਦੇ ਵੀ ਵਾਧਾ ਕਰੇ ਤਾਂ ਕਿ ਉਹ ਸੈਂਕੜਿਆਂ ਦੇ ਵਿੱਚ ਉਹਨਾਂ ਦੀ ਤਾਦਾਦ ਹੈ ਜਿਹੜੀ ਕਿ ਹਜ਼ਾਰਾਂ ਵਿੱਚ ਵੀ ਨਹੀਂ ਹੈਗੀ ਤੇ ਹਰਿਆਣਾ ਗਵਰਨਮੈਂਟ ਨੇ ਜਿਹੜਾ ਕਿਆ ਕਰਿਆ ਹੈਗਾ ਜੀ ਹਰਿਆਣਾ ਗਵਰਨਮੈਂਟ ਨੇ ਜਿਹੜੇ ਉਹਦੇ ਬੇਟੇ ਬੇਟੀਆਂ ਹੈ ਉਹਨਾਂ ਨੂੰ ਪੈਨਸ਼ਨ ਲਾਉਣ ਦਾ ਜਿਹੜੀ ਹੈ ਉਹ ਸਮਝ ਸਭ ਪੰਜਾਬ ਨੇ ਜਿਹੜਾ ਆਪਣੇ ਨੋਟੀਫਾਈ ਕੀਤਾ ਉਹ ਕੱਲੇ ਫਰੀडम ਫਾਈਟਰਸ ਨਹੀਂ ਫਰੀडम ਫਾਈਟਰਸ ਤਾਂ ਮੈਨੂੰ ਲੱਗਦਾ ਸ਼ਾਇਦ ਉਂਗਲਾਂ ਦੇ ਪੋਟਿਆਂ ਦੇ 8-10 ਹੀ ਬਚੇ ਹੋਣ ਅਸੀਂ ਉਹਨਾਂ ਦੇ ਮਤਲਬ ਬੇਟੇ ਬੇਟੀਆਂ ਨੂੰ ਪਹਿਲਾਂ ਲਾਗੂ ਹੈ ਜੀ ਇਹ ਹਾਂ ਮੇਰੀ ਸੁਣੋ ਪੋਤੇ ਪੋਤੀਆਂ ਨੂੰ ਵੀ ਕਰਤਾ ਲਾਗੂ ਹੈ ਜੀ ਇਹ ਪੋਤੇ ਪੁੱਤ ਫਿਰ ਹੋਰ ਇੱਕ ਦੋ ਦੇ ਰਹੇ ਹਾਂ ਨਹੀਂ ਅਸੀਂ ਪੰਜਾਬ ਨੇ ਵੀ ਕਰਤਾ ਨਹੀਂ ਪਹਿਲਾਂ ਦੇ ਰਹੇ ਜੀ ਤਾਂ ਜਿਹੜੇ ਆਲਰੇਡੀ ਹੁਣ ਦੇ ਰਹੇ ਆ ਤੇ ਹੋਰ ਕੀ ਚਾਹੁੰਦੇ ਪੜਪੋਤਿਆਂ ਨੂੰ ਵੀ ਦੇ ਨਹੀਂ ਇਹ ਨਹੀਂ ਚਾਹੁੰਦੇ ਕਹਿੰਦੇ ਜੀ ਉਹ ਤਾਂ ਹੈ 100 ਬੰਦਾ ਜੀ ਫਰੀडम ਫਾਈਟਰ 200 ਹੈ ਨਹੀਂ ਪੰਜਾਬ ਸਰ what will be the total number of freedom fighters in Punjab probably the highest in India ਹਾਈਐਸਟ ਇਨ ਇੰਡੀਆ ਫਰੀडम ਹੀ ਇੱਥੋਂ ਚੱਲੀ ਹੈ ਸਾਰੀ ਫਾਈਟ ਉਹ ਤਾਂ ਹੈ ਪਰ ਹੈ ਤਾਂ ਨਾਮਾਤਰ ਜੀ ਜਿਹੜੀ ਹਰਿਆਣਾ ਗਵਰਨਮੈਂਟ ਹਾਈ ਕੋਰਟ ਦੇ ਫੈਸਲਾ ਹੋਇਆ ਇਹ ਹਰਿਆਣਾ ਦੇ ਜਿਹੜੇ ਬੇਟੇ ਬੇਟੀਆਂ ਹੈ ਵੀ ਉਹਨਾਂ ਨੂੰ ਪੈਨਸ਼ਨ ਦਿੱਤੀ ਜਾਵੇ ਅਸੀਂ ਉਹਨਾਂ ਦੇ ਬੇਟੇ ਬੇਟੀਆਂ ਨੂੰ ਦੇ ਰਹੇ ਹਾਂ ਪੈਨਸ਼ਨ ਨਹੀਂ ਦੇ ਰਹੇ ਪੈਨਸ਼ਨ ਨਹੀਂ ਦੇ ਰਹੇ ਨਹੀਂ ਜੀ ਨਹੀਂ ਬਿਲਕੁਲ ਨਹੀਂ ਦੇ ਰਹੇ 100% ਮੈਂ ਕਹਿੰਦਾ ਨਹੀਂ ਦੇ ਰਹੇ फैसिलिटी दे रहे ਫੈਸਿਲਿਟੀ ਦੇ ਰਹੇ ਅੱਛਾ ਮੈਂ ਇਹੀ फैसिलिटी दे रहे ਬਿਲਕੁਲ ਨਹੀਂ ਦੇ ਰਹੇ फैसिलिटीज है ਇਲੈਕਟ੍ਰਿਸਿਟੀ ਵਾਲੀ ਫੈਸਿਲਿਟੀ ਦੇ ਰਹੇ ਹੋ ਇਲੈਕਟ੍ਰਿਸਿਟੀ ਵੀ ਦੇ ਰਹੇ 300 बस यूनिट ट्रेवल दी फैसिलिटी है ਮੈਂ ਤਾਂ ਪੈਨਸ਼ਨ ਦੀ ਗੱਲ ਕਰ चलो फैसिलिटी दे रहे हैं आगे से कर देंगे जी जो कोई रह गया था उन पर मेरे वश नहीं बोलें
ਐਗਰੀਕਲਚਰ। ਇਹ ਤੁਸੀਂ ਬਜਟ ਐਂਡ ਗਲਾਸ ਤੁਸੀਂ ਦੇਖੋ। ਸਰ ਜਿਹੜੀ ਬੁਢਾਪਾ ਪੈਨਸ਼ਨ ਹੈ ਇਹ ਕਮੋਂ ਪੇਸ਼ 2000 ਕਰੋੜ ਰੁਪਇਆ ਇਹਨੂੰ ਡਬਲ ਕਰਨ ਤੇ ਲੱਗੂਗਾ ਜੀ, ਔਰ 2.5 ਕਰੋੜ ਪੌਣੇ 3 ਕਰੋੜ ਆਪਣੀ ਆਬਾਦੀ ਹੈ ਪੰਜਾਬ ਦੀ, ਔਰ 30 ਲੱਖ ਬੰਦਾ ਇਸ ਵੇਲੇ ਓਲਡ ਏਜ ਪੈਨਸ਼ਨ ਲੈ ਰਿਹਾ ਪੰਜਾਬ 'ਚ। ਦੈਟਸ ਅ ਸਬਸਟੈਂਸ਼ੀਅਲ ਨੰਬਰ, 30 ਲੱਖ ਬੰਦੇ। ਸੋ 2000 ਕਰੋੜ ਜਿਹੜਾ ਹੈ ਇਹ ਪੈਨਸ਼ਨ ਤੇ ਲੱਗੇਗਾ, ਔਰ ਆਸ਼ੀਰਵਾਦ ਸਕੀਮ ਤੇ ਕੋਈ 140 ਕਰੋੜ ਇਸ ਤੇ ਲੱਗੇਗਾ। सर ही इज एक्चुअली नॉट बीइंग पेड आउट ऑफ गवर्नमेंट फंड्स। उनकी तनख्वाह 1 रुपए है जी। पता नहीं उसने आना है हफ्ता 10 दिन कभी, यू नो। रुचिका जी ये योर आंसर 31 पेज। 31 ਤੁਸੀਂ ਜੇ ਮੇਰੀ ਬਜਟ ਸਪੀਚ ਵੀ ਪੜੋਗੇ ਔਰ ਪਹਿਲੇ 2-4 ਪੈਰਾਸ 'ਚ ਹੈ ਕਿ ਮੈਨੂੰ ਹਾਲ ਦੀ ਚਿੰਤਾ ਵੀ ਰਹਿੰਦੀ ਹੈ। ਯੂ ਨੋ ਆਈ ਰਿਫਲੈਕਟ ਐਂਕਸ਼ੀਅਸਲੀ ਇਨ ਐਵਰੀ ਡੇ ਔਨ ਪੰਜਾਬਸ ਫਿਊਚਰ, ਹਾਲ ਦਾ, ਔਰ ਜਿਹੜੇ ਅੱਜ ਦੇ ਸਾਡੇ ਅਮਲ ਹੈ ਅਗਲੀ ਨਸਲ ਤੇ ਕੀ ਉਹਦੇ ਅਸਰ ਪੈਣਗੇ, ਮੈਨੂੰ ਉਹਦੀ ਵੀ ਫਿਕਰ ਰਹਿੰਦੀ ਹੈ। ਔਰ ਮੈਂ ਇੱਕ ਇਹ ਵੀ ਕਿਹਾ ਕਿ ਪਤਾ ਨਹੀਂ ਤੁਸੀਂ ਬਜਟ ਦੀ ਜੇ ਸਪੀਚ ਪੜੋਗੇ, ਦੇਖੋ ਗੱਲ ਇਹ ਹੈ ਦੇਰ ਸਵੇਰ ਮੌਤ ਤਾਂ ਆਉਣੀ ਹੈ। ਯੂ ਨੋ ਬੰਦਾ ਮਰਦੇ ਸਮੇਂ ਇਹ ਨਾ ਸੋਚੇ ਯਾਰ ਕਿ ਮੈਂ ਆਪਣੇ ਮੁਲਕ ਨਾਲ ਜਾਂ ਆਪਣੀ ਕੌਮ ਨਾਲ ਧਰੋਹ ਕੀਤਾ। ਯੂ ਨੋ ਇਹ ਤਕਦੀਰਾਂ ਜਿਹੜੀਆਂ ਹੁੰਦੀਆਂ ਨਾ ਇਹ ਵਾਹਿਗੁਰੂ ਲਿਖਦਾ। ਇਹ ਕੋਈ ਬਜਟ ਨਾਲ ਜਾਂ ਫਲਾਣੇ ਨਾਲ, ਇਹ ਜੇ ਜਿੱਤਾਂਗੇ ਤਾਂ ਹਜ਼ਾਰਾਂ ਤੇ ਜਿੱਤਾਂਗੇ, ਹਾਰਾਂਗੇ ਤਾਂ ਹਜ਼ਾਰਾਂ ਤੇ ਹਾਰਾਂਗੇ, ਇਹਨਾਂ ਨਾਲ ਇਹਦਾ ਕੋਈ ਅਸਰ ਨਹੀਂ। ਪਰ ਤੁਸੀਂ ਇਹ ਦੇਖੋ, ਮੈਂ ਤੁਹਾਨੂੰ ਵਸੂਕ ਨਾ ਕਹਿ ਸਕਦਾ। ਤੁਸੀਂ ਕਿਤੇ ਮਹੱਲਿਆਂ 'ਚ ਜਾਓ, ਕਿਤੇ ਬਸਤੀਆਂ ਆਬਾਦੀਆਂ 'ਚ ਜਾਓ, ਲੋਕ ਜਿਹੜੇ 10 ਰੁਪਏ ਵੀ ਲੋਕਾਂ ਕੋਲ ਯਕੀਨਨ, ਮਤਲਬ ਤੁਸੀਂ ਮੰਨੋ ਕਿ ਉਹ ਜਿਹੜੀ 750 ਰੁਪਏ ਆਉਂਦੀ ਹੈ ਉਹਦੇ ਵਾਸਤੇ ਕਿੰਨੀ ਕੁੜੀਕ ਹੁੰਦੀ ਹੈ। ਬਹੁਤ ਔਖਾ ਲੱਗਦਾ ਯਾਰ ਲੋਕਾਂ ਨੂੰ, ਯੂ ਨੋ। ਔਰ ਇਹ ਜਿਹੜੇ ਸਟੇਟ ਦੇ ਪੈਸੇ ਹੈ, ਔਰ ਗੱਡੀਆਂ ਗੁੱਡੀਆਂ ਭਜਾਈ ਫਿਰਦੇ ਆ, ਕੋਈ ਮੈਂ ਤੁਰ ਗਿਆ ਕਿਤੇ, ਪਰ ਜੇ ਕਿਤੇ ਉਹਦੇ ਲੱਗ ਜਾਣ ਨਾ, ਕਈ ਵਾਰੀ ਮੈਂ ਗ੍ਰੰਥਾਂ 'ਚ ਪੜ੍ਹਿਆ ਕਿ ਕਈ ਵਾਰੀ ਪਰਮਾਤਮਾ ਦੀ ਦਰਗਾਹ 'ਚ ਜੇ ਸਭ ਤੋਂ ਪਹਿਲਾਂ ਕਿਸੇ ਦੀ ਪੁਕਾਰ ਸੁਣੀ ਜਾਂਦੀ ਹੈ ਤਾਂ ਗਰੀਬ ਦੀ ਸੁਣੀ। ਸੋ ਯਾਰ ਮੇਰਾ ਆਈਡੀਆ ਤਾਂ ਹੈ ਕਿ ਸਟੇਟ ਦੇ ਜਿਹੜੇ ਪੈਸੇ ਹੈ ਇਹ ਉਹਨਾਂ ਨੂੰ ਦੇਣੇ ਚਾਹੀਦੇ ਯਾਰ। ਪਰ ਇਹ ਪਾਰਟੀ ਦਾ ਪ੍ਰੈਸ਼ਰ ਤੇ ਹੋਊਗਾ ਹੀ ਨਾ, ਕਿਤੇ ਨਾ ਕਿਤੇ ਫਲਾਣਾ ਵਰਗ ਯਾਰ ਨਾਰਾਜ਼ ਹੈ, ਭਾਵੇਂ ਉਹਨੂੰ ਕੁਝ ਦੇਣਾ ਬਣਦਾ ਨਹੀਂ, ਪਰ ਵੋਟਾਂ ਨਹੀਂ ਦਿੰਦੀਆਂ, ਇਹਨੂੰ ਕੁਝ ਦੇ ਦਿਓ। ਨਹੀਂ ਮੈਂ ਯਾਰ, ਮੈਂ ਦੇਖੋ ਗੱਲ ਇਹ ਹੈ, ਮੈਂ ਕੋਈ ਰਾਜਾ ਹਰੀਸ਼ ਚੰਦਰ ਤਾਂ ਹੈ ਨਹੀਂ, ਮੈਂ ਵੀ ਸਿਆਸੀ ਜਾਨਵਰ ਹੈ, ਯੂ ਨੋ। ਔਰ ਮੈਂ ਦੇਖਣਾ ਹੈ ਕਿ ਇਸ ਦਲਦਲ ਚੋਂ ਪਾਰਟੀ ਨੂੰ ਕਿਵੇਂ ਕੱਢਣਾ ਹੈ, ਯੂ ਨੋ। ਐਂਡ ਵਟਐਵਰ ਦ ਪ੍ਰੈਕਟੀਕਲ ਪੋਲਿਟਿਕਸ ਇਜ਼, ਬਟ ਐਟ ਦ ਸੇਮ ਟਾਈਮ ਪੰਜਾਬ ਦੀ ਡਿਗਨਿਟੀ, ਪੰਜਾਬ ਦੇ ਵਕਾਰ ਨੂੰ ਅਸੀਂ ਠੇਸ ਨਹੀਂ ਲਾਉਣੀ। ਔਰ ਇਹ ਜਿਹੜਾ ਪੰਜਾਬੀ ਦੇ 2 ਲਫ਼ਜ਼ ਹੁੰਦੇ ਆ, ਇੱਕ ਹੈਗਾ ਗਰੀਬ, ਇੱਕ ਹੁੰਦਾ ਗੁਲਾਮ। ਹੈ ਤਾਂ ਅੱਡ-ਅੱਡ, ਪਰ ਜਿਹੜਾ ਗਰੀਬ ਹੁੰਦਾ ਉਹ ਦਰਅਸਲ ਗੁਲਾਮ ਹੀ ਹੁੰਦਾ। ਜਿਹੜਾ ਗਰੀਬ ਬੰਦਾ ਹੁੰਦਾ ਉਹਦੀ ਰਹਿ ਨਹੀਂ ਚੱਲਦੀ ਹੁੰਦੀ। ਤਾਂ ਪੰਜਾਬ ਨੂੰ ਗੁਲਾਮੀ ਵਾਲੇ ਪਾਸੇ ਵੀ ਨਹੀਂ ਤੱਕਣਾ। ਔਰ ਮੈਂ ਜਿਸ ਤਰ੍ਹਾਂ, ਪਤਾ ਨਹੀਂ ਤੁਸੀਂ ਅਪਰੀਸ਼ੀਏਟ ਕਰੋਗੇ ਕਿ ਇਹਨਾਂ ਹਾਲਾਤਾਂ ਦੇ ਵਿੱਚ ਵੀ ਦੇਖੋ ਯਾਰ, ਤੁਹਾਡਾ ਤਾਂ ਫਰਜ਼ ਹੈ, ਪਰ 31,000 ਦਾ ਮਤਲਬ ਇੱਕ ਦਿਨ 'ਚ ਕਰਜ਼ਾ, 31,000 ਮੂੰਹ ਨਾਲ ਹੀ ਕਹਿ ਦੇਣਾ, 7,000 8,000 ਦੀਆਂ ਦੇਣਦਾਰੀਆਂ ਜਿੱਦਨ ਸਰਕਾਰ ਸੰਭਾਲੀ ਹੈ। ਔਰ ਇਹ ਸਰਕਾਰ ਇੱਕ ਵੀ ਦਿਨ 'ਚ ਐਸਾ ਓਵਰਡਰਾਫਟ 'ਚ ਨਹੀਂ ਗਈ। ਕੋਵਿਡ ਦਾ ਸਾਲ ਹੈ, ਅਸੀਂ 1100 ਰੁਪਏ ਦਾ ਸਿੰਕਿੰਗ ਫੰਡ ਮਤਲਬ ਕਰਤਾ ਹੈ। ਤਾਂ ਮਨਪ੍ਰੀਤ ਬਾਦਲ ਮੀਡੀਆ ਦੇ ਮੁਖਾਤਬ ਹੋ ਰਹੇ ਸਨ ਔਰ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਨਾਲ ਹੀ ਬਜਟ ਨੂੰ ਲੈ ਕੇ ਬੇਹੱਦ ਗੰਭੀਰ ਦਿਸ ਰਹੇ ਸੀ, ਔਰ ਉਹਨਾਂ ਜ਼ਿਕਰ ਕਰ ਰਹੇ ਸੀ ਵਾਰ-ਵਾਰ ਕਿ ਹਰ ਇੱਕ ਵਰਗ ਨੂੰ ਇਸ ਬਜਟ ਦੇ ਵਿੱਚ ਸਥਾਨ ਦਿੱਤੀ ਗਈ ਹੈ। ਔਰ ਖਾਸ ਤੌਰ ਦੇ ਉੱਪਰ ਅਸੀਂ ਕਹਿ ਸਕਦੇ ਹਾਂ ਕਿਉਂਕਿ 2022 ਦੇ ਵਿੱਚ ਇਲੈਕਸ਼ਨ ਵੀ ਆ, ਪਰ ਇਸ ਸਭ ਦੇ ਵਿਚਾਲੇ ਕਈ ਵੱਡੇ ਐਲਾਨ ਵੀ ਕੀਤੇ ਗਏ। ਖਾਸ ਤੌਰ ਦੇ ਉੱਪਰ ਮਹਿਲਾ ਦਿਵਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਮੁਫਤ ਸਫ਼ਰ ਹੈ ਜਿਹੜਾ ਮੁਕੰਮਲ ਤੌਰ ਦੇ ਉੱਪਰ ਉਹਨਾਂ ਦਾ
1 ਅਪ੍ਰੈਲ ਤੋਂ ਸ਼ੁਰੂ ਹੋ ਜਾਵੇਗਾ ਔਰ ਕਿਤੇ ਵੀ ਉਹ ਸਰਕਾਰੀ ਬੱਸ ਦੇ ਵਿੱਚ ਸਫ਼ਰ ਕਰ ਸਕਦੇ। ਨਾਲ ਹੀ ਜਿਹੜੇ ਵਿਦਿਆਰਥੀ ਨੇ ਚਾਹੇ ਉਹ ਮੇਲ ਨੇ ਜਾਂ ਫੀਮੇਲ ਨੇ ਉਹਨਾਂ ਨੂੰ ਵੀ ਜਿਹੜਾ ਸਫ਼ਰ ਹੈ ਉਹ ਫ੍ਰੀ ਹੋਵੇਗਾ। ਉਸ ਦੇ ਨਾਲ ਜੇਕਰ ਗੱਲ ਕੀਤੀ ਜਾਵੇ ਬੁਢਾਪਾ ਪੈਨਸ਼ਨ ਦੀ ਤਾਂ ਉਹ ਵੀ ਵਧਾ ਕੇ ਡਬਲ ਕਰ ਦਿੱਤੀ ਗਈ ਹੈ। ਇਸ ਤੋਂ ਬਿਨਾਂ ਹੋਰ ਵੀ ਕਈ ਵੱਡੇ ਐਲਾਨ ਕਰ ਦਿੱਤੇ ਗਏ ਨੇ ਤਾਂ ਕਿ ਹਰ ਵਰਗ ਨੂੰ ਇਸ ਬਜਟ ਦੇ ਵਿੱਚ ਕੁਝ ਨਾ ਕੁਝ ਜ਼ਰੂਰ ਦਿੱਤਾ ਜਾਵੇ। ਤਾਂ ਲਗਾਤਾਰ ਅਸੀਂ ਬਜਟ ਦੇ ਉੱਪਰ ਸਾਡੀ ਮਹਾ ਕਵਰੇਜ ਜਾਰੀ ਹੈ, ਪਰ ਇੱਥੇ ਵੇਲਾ ਚਲਿਆ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦਾ। ਤੁਸੀਂ ਬਣੇ ਰਹੋ ਸਾਡੇ ਨਾਲ, ਜਲਦ ਮੁੜ ਪਰਤਾਂਗੇ।